ਕੇਂਦਰ ਨਾਲ ਲੜਾਈ ਜਿੱਤਣ ਤੋਂ ਬਾਅਦ ਕਿਸਾਨ ਕੀ ਚੋਣ ਲੜਨਗੇ, ਕੀ ਕਿਸਾਨ ਸਿਰਫ ਅੰਦੋਲਨ ਕਰਨਗੇ, ਬਹੁਤ ਸਾਰੀਆਂ ਚਰਚਾਵਾਂ ਸੀਗੀਆਂ। ਲੇਕਿਨ ਕਿਸਾਨਾਂ ਦੀ 22 ਜਥੇਬੰਦੀਆਂ ਦੀਆਂ ਇਹ ਫੈਸਲਾ ਕੀਤਾ ਕਿ ਚੋਣਾਂ ਲੜਨੀਆਂ ਚਾਹੀਦੀਆਂ ਨੇ, 117 ਸੀਟਾਂ ਤੇ ਚੋਣਾਂ ਲੜਨੀਆਂ ਚਾਹੀਦੀਆਂ ਨੇ ਔਰ ਇੱਕ ਮੋਰਚਾ ਬਣਾ ਲਿਆ। ਲੇਕਿਨ ਉਸ ਤੋਂ ਬਾਅਦ 10 ਜਥੇਬੰਦੀਆਂ ਨੇ ਵਿਰੋਧ ਵੀ ਕੀਤਾ। ਤਾਂ ਹੁਣ ਕਿਸਾਨਾਂ ਦਾ ਹੋਏਗਾ ਕੀ ਕਿ ਕਿਸਾਨ 117 ਸੀਟਾਂ ਤੇ ਚੋਣ ਲੜਨਗੇ, ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਏਗਾ ਔਰ ਕੀ ਪੰਜਾਬ ਦੇ ਲੋਕ ਕਿਸਾਨਾਂ ਨੂੰ ਜਿਤਾਣਗੇ। ਜਿਵੇਂ ਕੇਂਦਰ ਨਾਲ ਤਾਂ ਲੜਾਈ ਜਿੱਤ ਲਈ, ਲੇਕਿਨ ਪੰਜਾਬ ਦੇ ਲੋਕ ਕੀ ਕਿਸਾਨਾਂ ਦੀ ਸਰਕਾਰ ਬਣਾਉਣਗੇ। ਬਹੁਤ ਸਾਰੇ ਸਵਾਲ ਨੇ, ਫੈਸਲਾ ਪੰਜਾਬ ਦੇ ਲੋਕਾਂ ਨਾਲ ਕਰਨਾ ਹੈ। ਲੇਕਿਨ ਉਸ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਜੋ ਇੱਕ ਬਹੁਤ ਵੱਡਾ ਨਾਮ ਉੱਭਰ ਕੇ ਸਾਹਮਣੇ ਆਏ ਔਰ ਕਿਸਾਨ ਮੋਰਚੇ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵੀ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਹਲਕੇ ਦੇ ਵਿੱਚ ਆਏ ਆ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਰਾਜੇਵਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ। ਰਾਜੇਵਾਲ ਸਾਹਿਬ, ਇਸ ਵੇਲੇ ਕੀ ਲੱਗ ਕੀ ਰਿਹਾ ਵਾ? ਤੁਹਾਡਾ ਇੱਕ ਆਪਣਾ ਤਜਰਬਾ ਹੈ, ਤੁਸੀਂ ਯੂਨੀਅਨ ਕਾਫੀ ਲੰਬੇ ਸਮੇਂ ਤੋਂ ਚਲਾ ਰਹੇ ਸੀਗੇ, ਲੇਕਿਨ ਸਿਆਸੀ ਤਜਰਬਾ ਉਹ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਤੁਹਾਡੇ ਆਪਣੇ ਸਾਥੀਆਂ ਦੇ ਵਿੱਚ ਵੀ ਨਾਰਾਜ਼ਗੀ ਹੈ, 10 ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ। ਦੇਖੋ, ਜੇ ਮੇਰੇ ਕੋਲ ਸਹੀ ਪੁੱਛੋ, ਮੈਂ 52 ਸਾਲ ਹੋਣ ਵਾਲੇ ਨੇ ਇਸ ਪਾਸੇ ਚਲੇ, ਆਮ ਵਨ ਆਫ ਦਾ ਫਾਊਂਡਰਸ, ਤੇ ਮੈਨੂੰ ਇੱਥੋਂ ਸਕੂਨ ਮਿਲਦਾ ਰਿਹਾ। ਇਹ ਨਹੀਂ ਵੀ ਮੈਨੂੰ ਕਿਤੇ ਮੌਕਾ ਨਹੀਂ ਮਿਲਿਆ ਪੋਲੀਟੀਕਲ ਲਾਈਨ ਟੋ ਕਰਨ ਦਾ। ਬੜੇ ਅਸੀਂ ਹਰ ਵਾਰੀ ਕਦੇ ਕਿਸੇ ਨੂੰ ਸਪੋਰਟ ਕਰਦੇ ਸੀ, ਕਿਸੇ ਨੂੰ ਵਿਰੋਧ ਕਰਦੇ ਸੀ। ਹਰ ਇਲੈਕਸ਼ਨ 'ਚ ਇੱਦਾਂ ਦਾ ਅਸੀਂ ਫੈਸਲਾ ਲੈਂਦੇ ਹੁੰਦੇ ਸੀ, ਕਿਉਂਕਿ ਪੋਲੀਟਿਕਸ ਜਿਹੜਾ ਇਹ ਨਿਰਾ ਕਿਸਾਨੀ ਤੱਕ ਸੀਮਿਤ ਨਹੀਂ, ਸਾਰੇ ਸਮਾਜ ਦੀ ਗੱਲ ਹੈ। ਜਦੋਂ ਸਮਾਜ ਦੀ ਗੱਲ ਹੈ ਤੁਸੀਂ ਵੋਟ ਤਾਂ ਪਾਉਣੀ ਹੈ, ਤੇ ਫਿਰ ਕਿਉਂ ਨਾ ਠੋਕ ਵਜਾ ਕੇ ਪਾਈ ਜਾਏ। ਇਸ ਕਰਕੇ ਹਰ ਵਾਰੀ ਅਸੀਂ ਬਹਿਸ ਕਰਕੇ ਜਥੇਬੰਦੀ ਫੈਸਲਾ ਕਰਦੀ ਸੀ। ਇਸ ਵਾਰੀ ਅਕਾਲੀ ਦਲ ਨੂੰ ਸਪੋਰਟ ਕਰਨਾ ਹੈ, ਇਸ ਵਾਰੀ ਕਾਂਗਰਸ ਨੂੰ ਸਪੋਰਟ ਕਰਨਾ, ਕਿਸੇ ਨਾ ਕਿਸੇ ਨੂੰ ਸਪੋਰਟ ਕਰਦੇ ਹੁੰਦੇ ਸੀ। ਤੇ ਹੁਣ ਅੰਦੋਲਨ ਚੱਲਿਆ, ਅੰਦੋਲਨ ਜਿੱਤਿਆ ਵੀ ਗਿਆ। ਦੂਜੇ ਪਾਸੇ ਉਦੋਂ ਸਾਡੇ 'ਚ ਚਰਚਾ ਚੱਲਦੀ ਹੁੰਦੀ ਸੀ ਅੰਦੋਲਨ ਜਿੱਤਣ ਤੋਂ ਪਹਿਲਾਂ ਵੀ ਲੋਕਾਂ ਦੀਆਂ ਦੋ ਇੱਛਾਵਾਂ ਨੇ। ਇੱਕ ਇੱਛਾ ਇਹ ਹੈ ਵੀ ਅੰਦੋਲਨ ਜਿੱਤੇ, ਦੂਜੀ ਇੱਛਾ ਇਹ ਹੈ ਵੀ ਅੰਦੋਲਨ ਜਿੱਤਣ ਤੋਂ ਬਾਅਦ ਪੰਜਾਬ 'ਚ ਜੋ ਰਾਜਨੀਤੀ 'ਚ ਨਿਗਾਰ ਆਇਆ, ਇਹ ਇੰਨਾ ਗੰਦ ਪੈ ਗਿਆ, ਲੋਕ ਬੜੇ ਖਫਾ ਨੇ ਤੇ ਲੋਕ ਚਾਹੁੰਦੇ ਨੇ ਵੀ ਇਹ ਗੰਦ ਨੂੰ ਆ ਕੇ ਵੀ ਇਹੀ ਲੋਕ ਕੱਢਣ। ਇੱਕ ਵਿਸ਼ਵਾਸ ਬਣਿਆ ਲੋਕਾਂ ਵਿੱਚ। ਤੇ ਅੰਦੋਲਨ ਜਿੱਤਣ ਤੋਂ ਬਾਅਦ ਅਸੀਂ ਉਦੋਂ ਪਾਬੰਦੀ ਲਾਤੀ ਵੀ ਜਿੰਨੀ ਦੇਰ ਤੱਕ ਅੰਦੋਲਨ ਨਹੀਂ ਜਿੱਤਣ ਦਾ ਸਾਡੀ ਪ੍ਰਾਇਰਟੀ ਹੈ, ਉਦੋਂ ਤੱਕ ਕੁਛ ਨਹੀਂ ਪੋਲੀਟਿਕਸ ਤੇ ਬੋਲਣਾ। ਤੇ ਅੰਦੋਲਨ ਜਿੱਤਿਆ ਗਿਆ। ਉਹਦੇ ਬਾਅਦ ਜਦੋਂ ਅਸੀਂ ਇੱਥੇ ਆ ਕੇ ਫਿਰ ਸੋਚਿਆ ਇਹਦੇ ਤੇ, ਅੱਜ ਪੰਜਾਬ ਦੀ ਸਥਿਤੀ ਨੂੰ ਜੇ ਨਿਗਾਹ ਮਾਰੋ, ਨਿਰਾ 3 ਲੱਖ ਕਰੋੜ ਦੇ ਪੰਜਾਬ ਦੇ ਕਰਜ਼ੇ ਦੀ ਗੱਲ ਨਹੀਂ। ਗੱਲ ਇਹ ਹੈ ਵੀ ਸਾਡੀ ਆਮ ਸਮਾਜ ਵਿੱਚ ਹਾਲਤ ਇਹ ਹੈ ਵੀ ਪੋਲੀਟੀਕਲ ਲੀਡਰਸ਼ਿਪ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਜਿਹੜਾ ਆਉਂਦਾ ਰਾਜਨੀਤੀ ਵਿੱਚ ਉਹ ਪੈਸੇ ਕਮਾਉਣ ਲਈ ਆਉਂਦਾ। ਪਹਿਲਾਂ ਤਾਂ ਵੋਟਾਂ ਵਿੱਚ ਪੈਸੇ ਖਰਚਦਾ, ਇੰਨੇ ਪੈਸੇ ਖਰਚਦਾ, ਹੁਣ ਕਰੋੜਾਂ ਰੁਪਈਆ ਕੱਲੇ ਕੈਂਡੀਡੇਟ ਤੇ ਖਰਚਣ ਨੂੰ ਤਿਆਰੀ ਹੋ ਰਹੀ ਹੈ। ਇਹ ਲੋਕਾਂ ਦੀਆਂ ਵੋਟਾਂ ਖਰੀਦਣ ਨੂੰ ਤਿਆਰੀ ਹੋ ਰਹੀ ਹੈ, ਸ਼ਰਾਬਾਂ ਵੰਡਣ ਦੀ ਤਿਆਰੀ ਹੋ ਰਹੀ ਹੈ, ਨਸ਼ੇ ਵੰਡਣ ਦੀ ਤਿਆਰੀ ਹੋ ਰਹੀ ਹੈ। ਵੱਡੀ ਪੱਧਰ ਤੇ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ। ਤੇ ਇਹੋ ਜਿਹੀ ਸਥਿਤੀ 'ਚੋਂ ਜਦੋਂ ਇੰਨਾ ਖਰਚਾ ਕਰਕੇ ਜਾਂਦੇ ਨੇ, ਜਿਹਨੇ 10 ਕਰੋੜ ਰੁਪਈਆ ਖਰਚਿਆ ਉਹ ਆਪਣਾ ਘਰ ਤਾਂ ਪੱਟੂਗਾ ਨਹੀਂ, ਉਹ ਫਿਰ ਬਾਅਦ 'ਚ ਬਣਾਉਂਦਾ। ਉਹ ਇਸ ਪ੍ਰਵਿਰਤੀ ਨੇ ਜਦੋਂ ਬਣਾਉਣ ਲੱਗ ਪਿਆ, ਲੋਕ ਭੁਲਾਤੇ। ਅੱਜ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਲੋਕ ਨਹੀਂ, ਉਹਨਾਂ ਦੇ ਏਜੰਡੇ ਤੇ ਆ ਵੀ ਇੱਕ ਵਾਰੀ ਸੱਤਾ ਹਥਿਆ ਲਓ, ਫਿਰ ਉਹਦੇ ਬਾਅਦ ਆਪਣੇ ਢੰਗ ਨਾਲ ਲੋਕਾਂ ਨੂੰ 5 ਸਾਲ ਹੱਕੋ। ਤਾਂ ਇਹ ਤੋਂ ਲੋਕ ਦੁਖੀ ਹੋ ਗਏ। ਹੋ ਇਹ ਗਿਆ ਵੀ ਅੱਜ ਸਾਡਾ ਯੂਥ ਜਿਹੜਾ ਹੈ ਉਹਦੇ ਅੰਦਰ ਮਾਯੂਸੀ ਹੈ ਔਰ ਉਹਨੂੰ ਆਪਣਾ ਫਿਊਚਰ ਇੱਥੇ ਨਜ਼ਰ ਨਹੀਂ ਆ ਰਿਹਾ। ਧੜਾ ਧੜ ਪੰਜਾਬ ਦਾ ਜਿਹੜੇ ਇੰਟੈਲੀਜੈਂਟ ਬੱਚੇ ਨੇ, ਜਿਹੜੇ ਕੰਪੀਟੀਸ਼ਨ ਲੜਿਆ ਕਰਦੇ ਸੀ, ਕੋਈ IAS IPS ਚਾਹੁੰਦਾ ਸੀ, ਕੋਈ PPS PCS ਚਾਹੁੰਦਾ ਸੀ, ਕੋਈ IFS ਕਰਦਾ ਸੀ, ਉਹ ਕੰਪੀਟੀਸ਼ਨ ਲੜਨ ਵਾਲੇ ਸਾਰੇ ਬੱਚੇ ਆਈਲੈਟਸ ਕਰਕੇ ਫੋਰਨ ਜਾ ਰਹੇ ਨੇ। ਇੱਕ ਤਾਂ ਬ੍ਰੇਨ ਡਰੇਨ ਹੋ ਰਹੀ ਹੈ, ਦੂਜੇ ਪਾਸੇ ਇਹ ਹੈ ਵੀ ਆਮ ਲੋਕਾਂ ਦੇ ਸਰਕਾਰਾਂ ਨੇ ਜੌਬ ਕ੍ਰੀਏਟ ਕਰਨੇ ਹੁੰਦੇ ਨੇ, ਤਾਂ ਕਿ ਇੱਕ ਸਟੇਜ ਹੈ। ਸਿਸਟਮ ਕੀ ਹੈ ਵੀ ਪਹਿਲਾਂ ਤਾਂ ਸਰਕਾਰ ਦੀ ਡਿਊਟੀ ਹੈ ਵੀ ਪੜ੍ਹਿਆ ਲਿਖਿਆ ਸਮਾਜ ਸਿਰ 'ਚ ਐਜੂਕੇਸ਼ਨ ਦਾ ਪੱਠਾ ਬਿਠਾਤਾ, ਤੇ ਜਿਹਦੇ ਕੋਲ 4 ਪੈਸੇ ਸੀ ਉਹਨੇ ਕਨਵੈਂਟ ਐਜੂਕੇਸ਼ਨ ਦਵਾਤੀ ਬੱਚੇ ਨੂੰ, ਤੇ ਆਮ ਲੋਕਾਂ ਲਈ ਐਜੂਕੇਸ਼ਨ ਦੇ ਵਿੱਚ ਕੁਝ ਨਹੀਂ ਰਿਹਾ। MA ਸਟੂਡੈਂਟ ਇੱਕ ਐਪਲੀਕੇਸ਼ਨ ਨਹੀਂ ਲਿਖ ਸਕਦਾ। ਇਹੋ ਜਿਹੀ ਸਥਿਤੀ ਪੈਦਾ ਕਰਤੀ। ਐਜੂਕੇਸ਼ਨ ਕੋਈ ਚੰਗਾ ਸਮਾਜ ਸਿਰਜਣ ਦੀ, ਜਿਹੜਾ ਕਲੀਅਰ ਹੈਡਡ ਹੋਵੇ, ਜਿਹਨੇ ਅੱਗੇ ਵਧਣਾ ਹੋਵੇ, ਜਦੋਂ ਉਹਨੇ ਆਪਣੇ ਆਪ ਨੂੰ ਸੈੱਲ ਕਰਨਾ ਹੈ, ਜਦੋਂ ਉਹਨੇ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਜਾਂ ਜ਼ਿੰਦਗੀ 'ਚ ਪੈਰ ਰੱਖਣਾ ਹੈ, ਉਸ ਵੇਲੇ ਤੱਕ ਉਹ ਵਧੀਆ ਮਨੁੱਖ ਨਾ ਬਣੇ, ਫਿਰ ਕੀ ਹੋਏਗਾ? ਇਹ ਇੱਕ ਤਾਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰਤੀ। ਯੂਥ ਸਾਡਾ ਉਹਦੇ 'ਚ ਮਾਯੂਸੀ ਹੈ, ਆਈਲੈਟਸ ਕਰਕੇ ਬਾਹਰ ਨੂੰ ਭੱਜਿਆ ਜਾ ਰਿਹਾ। ਇੱਕ ਤਾਂ ਸਾਡਾ
ਬ੍ਰੇਨ ਡਰੇਨ ਹੋ ਗਈ, ਦੂਜੇ ਜ਼ਮੀਨ ਦੇ ਟੁਕੜੇ ਹੋ ਕੇ 2-2 ਕਿੱਲੇ ਜ਼ਮੀਨ ਰਹਿ ਗਈ। ਬਾਪੂ ਕਹਿੰਦਾ ਜਦ ਇੱਥੇ ਕੁਝ ਹੈ ਨਹੀਂ 2 ਕਿੱਲੇ ਵੇਚ ਕੇ ਇਹਦੇ ਹੀ ਨੇ, ਇਹ ਤਾਂ ਸੁਖੀ ਬਸੇ, ਉਹਨੂੰ ਪੈਸਾ ਵੀ ਜਾ ਰਿਹਾ। ਦੋਨੋਂ ਚੀਜ਼ਾਂ। ਇਹ ਤੋਂ ਬਿਨਾਂ ਤੁਸੀਂ ਸਮਾਜ 'ਚ ਜਾ ਕੇ ਦੇਖੋ, ਕਿਤੇ ਵੀ ਕਿਸੇ ਸਰਕਾਰੀ ਦਰਬਾਰੇ ਕੰਮ ਨੂੰ ਚਲੇ ਜਾਓ, ਥੋੜੀ ਜੇਬ ਦੇਖ ਕੇ ਗੱਲ ਹੁੰਦੀ ਹੈ ਵੀ ਕਿੰਨੇ ਪੈਸੇ ਦਊ। ਜੇ ਪੈਸੇ ਨਹੀਂ ਦਿੰਦੇ ਧੱਕੇ ਖਾਈ ਜਾਓ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ, ਕਿਸੇ ਨੇ ਕੋਈ ਡਾਕੂਮੈਂਟ ਲੈਣਾ ਹੋਵੇ ਉਹ ਨਹੀਂ ਮਿਲਦਾ। ਇਹਦੇ ਨਾਲ ਓਵਰਆਲ ਸੁਸਾਇਟੀ ਦੇ ਵਿੱਚ ਮਾਯੂਸੀ ਹੈ। ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ, ਦੂਜਾ ਕੰਮ ਨਹੀਂ ਕਰਦੀ। ਤਾਂ ਇਹਦੇ ਨਾਲ ਜਿਹੜੀ ਮਾਯੂਸੀ ਆਈ, ਉਹਦੇ ਵਿੱਚੋਂ ਇੱਕ ਅੰਦੋਲਨ ਨੇ ਇੱਕ ਊਰਜਾ ਮੈਂ ਕਹਾਂਗਾ ਸਮਾਜ ਵਿੱਚ ਪੰਜਾਬੀ ਲੋਕਾਂ 'ਚ ਭਰੀ। ਪੰਜਾਬੀ ਲੋਕ ਸਵੈਮਾਨੀ ਬਹੁਤ ਨੇ, ਇਹ ਕਦੇ ਕਿਸੇ ਦੇ ਥੱਲੇ ਲੱਗ ਕੇ ਜਿਉਣਾ ਨਹੀਂ ਸਿੱਖੇ, ਕਿਉਂਕਿ ਹੁਣ ਬੇਬਸੀ ਹੁੰਦੀ ਹੈ, ਪੋਲੀਟੀਕਲ ਲੀਡਰਸ਼ਿਪ ਕੋਈ ਹੱਥ ਨਹੀਂ ਫੜਾਉਂਦੀ, ਉਹ ਕੋਈ ਬਾਹਰ ਨੂੰ ਭੱਜਿਆ ਜਾਂਦਾ। ਚੰਗੇ ਚੰਗੇ ਬਿਜ਼ਨਸਮੈਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ, ਇੱਥੇ ਜਿਵੇਂ ਕਿਸੇ ਨੇ ਰਹਿਣਾ ਹੀ ਨਹੀਂ ਹੁੰਦਾ। ਤਾਂ ਇਹੀ ਜੀ ਸਥਿਤੀ ਪੈਦਾ ਹੋ ਗਈ ਜਿਹਦੇ ਚੋਂ ਅੰਦੋਲਨ ਨੇ ਇੱਕ ਕਿਰਨ ਲੋਕਾਂ ਨੂੰ ਦਿਖਾਈ ਵੀ ਇਹ ਜਿਹੜੇ ਲੋਕ ਨੇ ਸ਼ਾਇਦ ਇਹ ਕੁਝ ਕਰਨਗੇ। ਹੁਣ ਅੰਦੋਲਨ ਚ ਕਰਨ ਵਾਲੇ ਜਦੋਂ ਇੱਥੇ ਆਏ, ਫਿਰ ਸਾਡੇ ਵਿੱਚ ਬਹੁਤ ਸਾਰੀਆਂ ਅੰਦਰ ਛੁਪੀਆਂ ਹੋਈਆਂ ਗੱਲਾਂ ਸੀ ਜਿਹੜੀਆਂ ਅਸੀਂ ਬਾਹਰ ਨਹੀਂ ਸੀ ਕੱਢਦੇ। ਅੰਦੋਲਨ ਦੇ ਦੌਰਾਨ ਸਾਨੂੰ ਬਾਹਰ ਕੱਢਣਾ ਸਾਡੇ ਇੰਟਰਸਟ ਨਹੀਂ ਸੀ। ਜਿਵੇਂ ਕਿ ਜਿਹੜੇ ਤੁਸੀਂ ਗੱਲ ਕਰਦੇ ਹੋ ਵਿਰੋਧ ਕਰਦੇ ਨੇ, ਮੈਂ ਉਹਨਾਂ ਭਰਾਵਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਕੀ ਲੋਕਾਂ ਦੀ ਜ਼ਿੰਮੇਵਾਰੀ ਤੋਂ ਭੱਜ ਜਾਓਗੇ ਹੁਣ ਤੁਸੀਂ? ਜਿਹੜੀ ਉੱਥੇ ਅਸੀਂ ਗੱਲਾਂ ਕਰਦੇ ਸੀ ਵੀ ਲੋਕ ਚਾਹੁੰਦੇ ਨੇ ਆ ਕੇ ਗੰਦ ਕੱਢਣ, ਉਹ ਤੋਂ ਭੱਜ ਜਾਓਗੇ? ਇੱਕ ਗੱਲ ਉਹ ਕਹਿੰਦੇ ਕਿ ਅਸੀਂ ਤਾਂ ਹਰੇਕ ਸਿਆਸੀ ਪਾਰਟੀ ਦਾ ਵਿਰੋਧ ਕਰਦੇ ਹਾਂ, ਅਗਰ ਤੁਸੀਂ ਸਿਆਸਤਦਾਨ ਬਣੇ ਹੋ ਤਾਂ ਫਿਰ ਤੁਹਾਡੀ ਸਥਿਤੀ ਵੀ ਉਦਾਂ ਦੀ ਹੋਏਗੀ ਜਿਵੇਂ ਬਾਕੀ ਸਿਆਸੀ ਪਾਰਟੀਆਂ ਦੀ ਹੁੰਦੀ ਹੈ। ਮੈਨੂੰ ਇੱਕ ਦੱਸਿਓ, ਅਸੀਂ ਇੱਕ ਪਰਿਵਾਰ ਵਾਂਗ ਇੰਨੀ ਦੇਰ ਰਹੇ ਉੱਥੇ, ਜਿੰਨਾ ਇੱਕ ਦੂਜੇ ਨੂੰ ਸਮਝਿਆ, ਜਿੰਨਾ ਇੱਕ ਦੂਜੇ ਨਾਲ ਖਿਆਲ ਰੱਖਦੇ ਰਹੇ ਅਸੀਂ ਇੱਕ ਦੂਜੇ ਦਾ, ਤੇ ਤੁਸੀਂ ਹੁਣ ਆਪਣੇ ਦਾ ਹੀ ਵਿਰੋਧ ਕਰੋਗੇ? ਉਹਨਾਂ ਦੀ ਇੱਛਾ, ਮੈਂ ਤਾਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ, ਕਿਉਂਕਿ ਉਹ ਸਾਡੇ ਨੇ, ਅੱਜ ਨਹੀਂ ਤਾਂ ਕੱਲ ਸਾਡੇ ਹੀ ਰਹਿਣਗੇ। ਪਰ ਉਹਨਾਂ ਨੂੰ ਇੱਕ ਗੱਲ ਜ਼ਰੂਰ ਦੇਖਣੀ ਚਾਹੀਦੀ ਹੈ ਵੀ ਸਾਡਾ ਵਿਰੋਧ ਕਰਕੇ ਕੀ ਉਹ ਉਹਨਾਂ ਤਾਕਤਾਂ ਦੀ ਸਪੋਰਟ ਨਹੀਂ ਕਰ ਰਹੇ ਜਿਨ੍ਹਾਂ ਨੇ ਇਸ ਸਟੇਟ ਨੂੰ ਬਰਬਾਦ ਕੀਤਾ। ਕਹਿੰਦੇ ਚਰਚਾ ਤਾਂ ਵੀ ਹੈ ਕਿ ਅਗਰ ਤੁਸੀਂ ਚੋਣ ਲੜੋਗੇ ਵੋਟਾਂ ਵੰਡੀਆਂ ਜਾਣਗੀਆਂ, ਭਾਜਪਾ ਨੂੰ ਸਿੱਧਾ ਫਾਇਦਾ ਹੋਏਗਾ। ਵੋਟਾਂ ਵੰਡੀਆਂ ਗਈਆਂ, ਜਿਹੜੀ ਵੋਟ ਕਿਸੇ ਇੱਕ ਪਾਰਟੀ ਨੂੰ ਪੈਣੀ ਸੀ ਉਹ ਵੋਟ ਤੁਹਾਡੇ ਕੋਲ ਆ ਜਾਏਗੀ। ਉਹ ਵੋਟ ਤਾਂ ਬੀਜੇਪੀ ਵਿਰੋਧੀ ਹੈ ਨਾ, ਉਹ ਤੁਸੀਂ ਫਿਰ ਵੋਟ ਡਿਵਾਈਡ ਕਰਕੇ ਬੀਜੇਪੀ ਨੂੰ ਸਿੱਧਾ ਫਾਇਦਾ ਪਹੁੰਚਾਓ। ਉਹ ਆ ਜਾਣ, ਸਾਡੇ ਨਾਲ ਵੋਟ ਡਿਵਾਈਡ ਹੀ ਨਹੀਂ ਹੁੰਦੀ। ਵੋਟ ਡਿਵਾਈਡ ਕੌਣ ਕਰਦਾ ਹੈ? ਅਸੀਂ ਤਾਂ ਨਹੀਂ ਕਰਦੇ। ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਕੁਝ, ਮੈਂ ਕੋਈ ਕਮੈਂਟ ਨਹੀਂ ਕਰਦਾ ਉਹਨਾਂ ਤੇ, ਕਿਉਂਕਿ ਉਹ ਸਾਡੇ ਨੇ। 32 ਚੋਂ 32+ ਉਗਰਾਹਾ ਕਿੰਨੀਆਂ ਜਥੇਬੰਦੀਆਂ ਨੇ ਇਸ ਵੇਲੇ ਜਿਹੜੀਆਂ ਚੋਣ ਲੜਨ ਦਾ ਫੈਸਲਾ ਬਣਾਇਆ? 22 ਜਥੇ। ਤੁਸੀਂ 3 ਹੋਰ ਕਿਹਾ ਸੀ? ਉਹ 3 ਹੈ, ਉਹ ਸਾਨੂੰ ਸਪੋਰਟ ਕਰਨਗੇ। ਓਪਨ ਨਹੀਂ ਹੋ ਰਹੇ ਉਹ ਹਾਲੇ ਫਿਲਹਾਲ ਉਹ ਇਹਨਾਂ ਤੋਂ ਡਰਦੇ ਨੇ ਥੋੜਾ ਜਿਹਾ, ਤੇ ਆ ਜਾਣਗੇ। 117 ਤੇ ਹੀ ਚੋਣ ਲੜੋਗੇ ਜਾਂ ਕੇਜਰੀਵਾਲ ਨਾਲ ਮੁਲਾਕਾਤ ਹੋਈ ਹੈ? ਔਰ ਕੇਜਰੀਵਾਲ ਨੇ ਹਾਲਾਂਕਿ 100 ਦੇ ਕਰੀਬ ਸੀਟਾਂ ਐਲਾਨ ਕਰ ਦਿੱਤੀਆਂ ਨੇ, ਔਰ 100 ਦੇ ਕਰੀਬ ਅਗਰ ਸੀਟਾਂ ਐਲਾਨ ਹੋ ਗਈਆਂ ਫਿਰ ਤੁਹਾਡੇ ਕੋਲ ਤਾਂ ਕੁਝ ਬਚਣੀਆਂ ਹੀ ਨਹੀਂ। ਇਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ। ਅਸੀਂ ਆਪਣੇ ਇੱਕ ਸੰਯੁਕਤ ਸਮਾਜ ਮੋਰਚਾ ਬਣਾਇਆ, ਉਹਦੇ ਵਿੱਚ ਅਸੀਂ ਸਮਾਜ ਦੇ ਸਾਰੇ ਵਰਗਾਂ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਸਿਰਫ ਕਿਸਾਨਾਂ ਤੱਕ ਸੀਮਤ ਨਹੀਂ, ਵਪਾਰੀ ਵੀ, ਕਾਰਖਾਨੇਦਾਰ ਵੀ, ਇੰਟੈਲੈਕਚੁਅਲਸ ਵੀ, ਹਰ ਵਰਗ ਨੂੰ ਸਾਡੀ ਕੋਸ਼ਿਸ਼ ਹੈ ਨਾਲ ਲੈ ਕੇ ਇੱਕ ਮੋਰਚਾ ਖੜਾ ਕੀਤਾ ਜਾਏ। ਜੇ ਉਹ ਮੋਰਚਾ ਖੜਾ ਹੋ ਗਿਆ ਤੁਸੀਂ ਦੇਖੋਗੇ ਫਿਰ ਹਨੇਰੀ ਆਏਗੀ। ਆਪ ਨਾਲ ਗੱਠਜੋੜ ਹੋਏਗਾ? ਨਹੀਂ ਹੋਏਗਾ, ਕੁਝ ਰੂਲ ਆਊਟ ਵੀ ਨਹੀਂ ਕਰਦਾ, ਤੇ ਫਿਲਹਾਲ ਵਾਲੇ ਕੋਈ ਗੱਲ ਵੀ ਹੈ। ਜਿਹੜੀਆਂ ਸੀਟਾਂ ਉਹਨਾਂ ਨੇ ਐਲਾਨਤੀਆਂ 100 ਤੋਂ ਵੱਧ, ਤੁਸੀਂ ਕੱਲ ਇੱਕ ਇੰਟਰਵਿਊ ਦਿੱਤਾ ਸੀ। ਉਹ ਤਾਂ ਉਹ ਕਹਿੰਦੇ ਨੇ ਵੀ ਬਦਲ ਵੀ ਦਵਾਂਗੇ, ਇਹ ਵੀ ਕਹਿੰਦੇ ਨੇ। ਇਹ ਕੋਈ ਦਿੱਕਤ ਨਹੀਂ। ਤੁਸੀਂ ਤਿਆਰ ਹੋ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਲਈ? ਨਹੀਂ, ਹਾਲੇ ਸਾਰੀ ਗੱਲਬਾਤ ਚੱਲ ਰਹੀ ਹੈ, ਇਹ ਪ੍ਰੀਮੈਚੁਰ ਹੋਏਗਾ, ਮੈਂ ਕੁਝ ਵੀ ਕਹਾਂਗਾ। ਪੇਜ ਫਸਿਆ ਕਿਉਂ ਹੈ? ਕਿਉਂਕਿ ਸੀਐਮ ਚਿਹਰਾ ਉਹਨਾਂ ਨੇ ਵੀ ਨਹੀਂ ਐਲਾਨਿਆ, ਸੀਐਮ ਚਿਹਰਾ ਤੁਹਾਨੂੰ ਐਲਾਨ ਦਿੱਤਾ। ਤੁਹਾਨੂੰ ਆਫਰ ਆਈ ਹੈ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਐਜ਼ ਏ ਸੀਐਮ ਫੇਸ ਆਮ ਆਦਮੀ ਪਾਰਟੀ ਚਾਹੋ। ਮੇਰੀ ਭਾਈ ਜੀ ਗੱਲ ਸਮਝੋ, ਮੈਨੂੰ ਕਿਤੇ ਮੇਰੀ ਇੱਕ ਸਟੇਟਮੈਂਟ ਅੱਜ ਤੱਕ ਦਿਖਾ ਦਿਓ ਜਿੱਥੇ ਮੈਂ ਕਿਹਾ ਹੋਵੇ ਵੀ ਮੈਂ ਸੀਐਮ ਬਣਨਾ ਚਾਹੁੰਦਾ। ਨਹੀਂ, ਜਦੋਂ ਸਮਾਜ ਮੋਰਚਾ ਬਣਿਆ, ਮੇਰੇ ਸਮਾਜ ਮੋਰਚੇ ਤੋਂ ਪਹਿਲਾਂ ਹੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਨੇ ਹੀ ਸਮਾਜ ਵਿੱਚ ਪ੍ਰਚਾਰਤਾ ਵੀ ਰਾਜੇਵਾਲ 9 ਭਾਵੇਂ ਨਹੀਂ ਸੀ ਲੈਂਦੇ, ਅੰਦਰ ਖਾਤੇ 9 ਵੀ ਲੈਤਾ ਵੀ ਰਾਜੇਵਾਲ ਸਾਡਾ ਸੀਐਮ ਚਿਹਰਾ ਹੋ। ਤੇ ਮੈਂ ਤਾਂ ਨਹੀਂ ਸੀ ਕਿਹਾ, ਮੈਂ ਤਾਂ ਅੱਜ ਵੀ ਨਹੀਂ ਕਹਿੰਦਾ। ਮੈਂ ਤਾਂ ਅੱਜ ਵੀ ਇਹ ਕਹਿਣਾ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਲਈ ਸਾਨੂੰ ਕੁਝ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਅਗਰ ਸੀਐਮ ਚਿਹਰਾ ਭਗਵੰਤ ਮਾਨ ਨੂੰ ਐਲਾਨ ਕਰਦੇ, ਰਾਜੇਵਾਲ ਉਹਨਾਂ ਦੇ ਅੰਡਰ ਜਾਂ ਰਾਜੇਵਾਲ ਉਸ ਵੇਲੇ ਅਲਾਈਅੰਸ ਕਰਨ ਲਈ ਤਿਆਰ ਨੇ? ਇਹ ਅੱਜ ਸਵਾਲ ਹੀ ਨਹੀਂ ਹੈ। ਹਾਲੇ ਤਾਂ ਮੈਂ ਸਮਝਦਾ ਹਾਲੇ ਚਰਚਾ ਚੱਲ ਰਹੀ ਹੈ, ਪ੍ਰੀਲਿਮਿਨਰੀ ਸਟੇਜ ਹੈ, ਹਾਲੇ ਇਦਾਂ ਦੀ ਕੋਈ ਗੱਲ ਨਹੀਂ ਹੈ। ਕਿੰਨੀਆਂ ਸੀਟਾਂ ਤੇ ਅਗਰ, ਕਿਉਂਕਿ 100 ਸੀਟਾਂ ਆਮ ਆਦਮੀ ਪਾਰਟੀ ਨੇ ਕਰਤੀਆਂ,
ਤੁਸੀਂ ਕਿੰਨੀਆਂ, ਕਿਉਂਕਿ ਬਹੁਤ ਘੱਟ ਸਮਾਂ ਬਚਿਆ, ਤੁਸੀਂ ਕਿੰਨੀਆਂ ਕਿ ਸੀਟਾਂ ਹਾਲੇ ਚਰਚਾ ਚੱਲਦੀ ਹੈ, ਮੇਰਾ ਇਹਦੇ ਤੇ ਕੁਝ ਵੀ ਕਹਿਣਾ ਠੀਕ ਨਹੀਂ। ਅਦਰਵਾਈਜ਼ ਅਸੀਂ ਤਿਆਰੀ ਕਰ ਰਹੇ ਹਾਂ, ਅਸੀਂ 117 ਤੇ ਹੀ ਲੜਾਂਗੇ। ਫਿਰ ਜੇ ਉਹਨਾਂ ਨਾਲ ਨਹੀਂ ਹੁੰਦਾ ਫੈਸਲਾ ਤਾਂ ਅਗਰ ਹੋ ਜਾਂਦਾ, ਕੋਈ ਅਜਿਹਾ ਕੋਈ ਉਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਸਾਨੂੰ 35 ਸੀਟਾਂ ਦੇ ਦਿਓ, 45 ਦੇ ਦਿਓ, 50 ਦੇ ਦਿਓ? ਹਾਲੇ ਇਦਾਂ ਦੀ ਕੋਈ ਗੱਲ ਨਹੀਂ। ਹਾਲੇ ਅਸੀਂ ਆਪਸ ਵਿੱਚ ਡਿਸਕਸ਼ਨ ਸਾਡੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਆਪਸ ਕਿੱਥੋਂ ਤੱਕ ਚੱਲ ਰਹੀ ਹੈ? ਅਸੀਂ ਆਮ ਆਦਮੀ ਪਾਰਟੀ ਨਹੀਂ, ਅਸੀਂ ਦੇਖੋ ਐਵੇਂ ਕਿਸੇ ਤੇ ਡਿਪੈਂਡੈਂਟ ਹੋ ਕੇ ਪਹਿਲਾਂ ਹੀ ਕਹੀ ਜਾਓ। ਹਾਲੇ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਦੇਣੀਆਂ, ਉਹ ਗੱਲ ਕਰਾਂਗੇ। ਪਰ ਅਸੀਂ ਆਪਣੀ ਤਿਆਰੀ 117 ਦੀ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਸੰਯੁਕਤ ਸਮਾਜ ਮੋਰਚੇ ਵਜੋਂ ਰਜਿਸਟਰ ਕਰਵਾ ਰਹੇ ਹਾਂ, ਇੱਕ ਚੋਣ ਨਿਸ਼ਾਨ ਲੈ ਰਹੇ ਹਾਂ, ਤੇ ਜੇ ਇੱਕ ਚੋਣ ਨਿਸ਼ਾਨ ਮਿਲ ਜਾਂਦਾ, ਸਾਡੀ ਤਿਆਰੀ 117 ਦੀ ਹੋਏਗੀ। ਫਿਰ ਗੱਲਬਾਤ ਵਿੱਚ ਕਿੰਨੀਆਂ ਮਿਲਦੀਆਂ। ਪਰ ਇਹ ਦੱਸੋ ਕਿ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਜਿਹੜੇ 100 ਦੇ ਕਰੀਬ ਕੈਂਡੀਡੇਟ ਐਲਾਨ ਦਿੱਤੇ ਆ, ਉਹਨਾਂ 'ਚ ਕੁਝ ਬਦਲ ਦਾਂਗੇ ਅਗਰ ਸਮਝੌਤਾ ਹੁੰਦਾ। ਇਹ ਉਹਨਾਂ ਨੇ ਕਿਹਾ, ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ, ਔਰ ਉਹ ਕਹਿੰਦੇ ਨੇ ਵੀ ਅਸੀਂ ਵੀ ਚਾਹੁੰਦੇ ਆਪਾਂ ਇਕੱਠੇ ਹੋ ਕੇ ਲੜੀਏ। ਜੇ ਇਕੱਠੇ ਹੋ ਕੇ ਲੜੀਏ ਤਾਂ ਅਸੀਂ ਸਵੀਪ ਕਰਦੇ ਹਾਂ। ਤੇ ਉਹਦੇ ਲਈ ਉਹਨਾਂ ਨੇ ਕਿਹਾ ਸਾਨੂੰ ਸੀਟਾਂ ਬਦਲਣ ਵਿੱਚ ਕੋਈ ਦਿੱਕਤ ਨਹੀਂ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦਿੱਲੀ ਦਾ ਤੁਸੀਂ ਉਹਨਾਂ ਦਾ ਦੇਖਿਆ, ਪਿਛਲੀਆਂ ਚੋਣਾਂ 'ਚ ਤੁਸੀਂ ਉਹਨਾਂ ਦੇ ਹੱਕ 'ਚ ਵੀ ਨਿਤਰੇ ਸੀਗੇ। ਹਾਂ, ਪਿਛਲੀ ਵਾਰੀ ਹਮਾਇਤ ਕੀਤੀ ਸੀ, ਬੜਾ ਕਲੀਅਰ ਕਿਹਾ ਸੀ। ਤੁਹਾਨੂੰ ਜੇ ਯਾਦ ਹੋਵੇ, ਮੈਂ ਉਹਨੂੰ ਕਿਹਾ ਸੀ ਮਿਸਟਰ ਕੇਜਰੀਵਾਲ, ਤੇ ਨਾ ਕੋਈ ਸੀਟ ਲਈ ਹੈ, ਨਾ ਤੇ ਕੁਝ ਲੈਣਾ, ਤੇ ਜੇ ਤੂੰ ਵੀ ਪਹਿਲਿਆਂ ਵਾਂਗੂ ਬਿਹੇਵ ਕੀਤਾ ਤਾਂ ਦੇਖ ਲੈ ਤੇਰੇ ਖਿਲਾਫ ਧਰਨਾ ਲਾਉਣ ਨੂੰ ਮਿੰਟ ਲਾਵਾਂਗੇ। ਇਹ ਕਹਿ ਕੇ ਸਪੋਰਟ ਡਿਕਲੇਅਰ ਕੀਤੀ ਸੀ। ਅਸੀਂ ਬੜੇ ਕਲੀਅਰ ਹਾਂ, ਅਸੀਂ ਆਪਣੇ ਜਿਹੜੀ ਧੁੰਦ ਦੇ ਇਸ ਵਾਰ ਉਹਨਾਂ ਨੇ ਇੱਕ ਤਾਂ ਕਹਿਤਾ ਕਿ ਅਗਰ ਤੁਸੀਂ ਨਾਲ ਆਉਂਦੇ ਹੋ ਤਾਂ ਅਸੀਂ ਸੀਟਾਂ ਬਦਲ ਦਾਂਗੇ, ਤੁਹਾਡੇ ਉਮੀਦਵਾਰ ਲੈ ਆਵਾਂਗੇ। ਦਸੀਆਂ ਕਿੰਨੀਆਂ ਕਿ ਸੀਟਾਂ ਜਾਂ ਕੋਈ ਸਪੈਸੀਫਿਕ? ਇਦਾਂ ਦੀ ਹਾਲੇ ਇਹ ਨਹੀਂ ਠੀਕ ਕੁਝ ਵੀ ਕਹਿਣਾ ਇਹਦੇ ਤੇ। ਤੇ ਅਗਰ ਉਹ ਤੁਹਾਨੂੰ ਸੀਐਮ ਚਿਹਰਾ ਨਹੀਂ ਬਣਾਉਂਦੇ ਤਾਂ ਵੀ ਗੱਠਜੋੜ ਲਈ ਤੁਸੀਂ ਇਹ ਸਾਰੀਆਂ ਗੱਲਾਂ ਹਾਲੇ ਵਿਚਾਰ ਅਧੀਨ ਨੇ। ਵਿਚਾਰ ਅਧੀਨ ਹੈ। ਕਿੰਨੇ ਦਿਨਾਂ ਤੱਕ ਇਸ ਤੇ ਫੈਸਲਾ ਲਿੱਤਾ ਜਾ ਸਕਦਾ ਕਿ ਨਾਲ ਜਾਣਾ ਜਾਂ ਨਹੀਂ ਜਾਣਾ? ਹਾਲੇ ਤਾਂ ਚੋਣ ਵੀ ਡਿਕਲੇਅਰ ਨਹੀਂ ਹੋਈ, ਵਿੱਚ ਇਹ ਵੀ ਚਰਚਾ ਚੱਲ ਪੈਂਦੀ ਹੈ ਵੀ ਸ਼ਾਇਦ ਕਿਉਂਕਿ ਯੂਪੀ 'ਚ ਭਾਜਪਾ ਦਾ ਹਾਲ ਮਾੜਾ ਹੈ, ਤੇ ਉਹ ਫਿਰ ਕੋਈ ਆ ਓਮਿਕਰੋਨ ਦਾ ਬਹਾਨਾ ਲੈ ਕੇ ਸ਼ਾਇਦ ਇਹ 2 ਮਹੀਨੇ ਗਾਂਹ ਹੀ ਕਰ ਦੇਣ। ਜੇ 2 ਮਹੀਨੇ ਗਾਂਹ ਹੋ ਗਏ ਤਾਂ ਸਾਨੂੰ ਤਾਂ ਮੌਕਾ ਮਿਲ ਜੂਗਾ, ਤੁਹਾਨੂੰ ਤਾਂ ਫਾਇਦਾ ਹੋ ਜਾਊਗਾ। ਫਿਰ ਤਾਂ ਤੁਸੀਂ 117 ਵਾਲੇ ਪਾਸੇ ਜਾਓ, ਬਹੁਤ ਕਲੀਅਰ ਹੋ ਜਾਾਂਗੇ। ਫਿਰ ਅਸੀਂ ਅਗਰ ਨੇੜੇ ਆਉਂਦੀਆਂ ਫਿਰ ਆਪ ਕੇਜਰੀਵਾਲ ਨਾਲ ਜਲਦੀ ਅਗਲੇ ਇੱਕਦਮ ਹੁੰਦਾ ਜਦੋਂ ਨਾ, ਫਿਰ ਕਈ ਤਰ੍ਹਾਂ ਦੀਆਂ ਗੱਲਾਂ ਉਥਲ ਪੁਥਲ ਜੀ ਹੋ ਜਾਂਦੀ ਹੈ। ਇਹ ਅੱਜ ਕੁਝ ਕਹਿ ਨਹੀਂ ਸਕਦੇ। ਤੁਸੀਂ ਸਿੰਬਲ ਮਿਲ ਗਿਆ, ਰਜਿਸਟਰ ਹੋ ਗਏ? ਨਹੀਂ, ਅਪਲਾਈ ਕੀਤਾ ਹਾਲੇ। ਕੀ ਸਿੰਬਲ? ਕੀ ਕਿਸਾਨੀ ਦਾ ਕੋਈ ਹੋਏਗਾ? ਜਿਹੜੀ ਹਾਂ, ਕਿਸਾਨੀ ਦਾ ਅਸੀਂ, ਸਾਡੀ ਕੋਸ਼ਿਸ਼ ਕਿਸਾਨੀ ਦਾ ਸਿੰਬਲ ਲੈਣ ਦੀ ਹੈ। ਪਰ ਜਿਹੜੀ ਟੀਮ ਅਸੀਂ ਡਿਊਟੀ ਲਾਈ ਹੈ ਉਹ ਟੀਮ ਕਰ ਰਹੀ ਹੈ, ਵਕੀਲਾਂ ਦੀ ਟੀਮ ਹੈ, ਉਹ ਕਰ ਰਹੀ ਹੈ। ਅਗਰ ਜਲਦੀ ਸਿੰਬਲ ਨਹੀਂ ਮਿਲਦਾ ਫਿਰ ਦੇਖਾਂਗੇ। ਫਿਰ ਕੋਈ ਇੰਡੀਪੈਂਡੈਂਟ ਸਿੰਬਲ ਮਿਲ ਜਾਏਗਾ, ਸੰਭਾਵਨਾ ਇਹ ਹੈ। ਔਰ ਆਪਣਿਆਂ ਨੂੰ ਮਨਾਓਗੇ ਕਿਵੇਂ? ਉਗਰਾਹਾਂ ਹੋਰੀ ਰਜਿੰਦਰ ਹੋਰਾਂ ਨੂੰ ਇੱਕ ਬੌਂਡ ਹੁੰਦਾ ਆਪਣਿਆਂ ਦਾ ਤੇ ਬਗਾਨਿਆਂ ਦਾ। ਉਹ ਜਿਹੜਾ ਬੌਂਡ ਹੈ ਉਹਦੇ ਵਿੱਚ ਠੀਕ ਹੈ, ਮਿਹਣੇ ਮੂਹਣੇ ਸਭ ਕੁਝ ਹੁੰਦੇ ਨੇ, ਤਾਂ ਫਿਰ ਤੁਸੀਂ ਭੱਜਦਾ ਕੋਈ ਵੀ ਨਹੀਂ ਹੁੰਦਾ ਇੱਕ ਦੂਜੇ ਤੋਂ, ਚੁੱਪ ਕਰ ਜਾਂਦਾ ਹੈ। ਕੋਈ ਕਹਿੰਦਾ ਵੀ ਫਿਰ ਜੱਫੀ ਵੀ ਪਾ ਲੈਂਦਾ। ਇਹ ਆਪਣਿਆਂ ਦਾ ਤਾਂ ਇੱਕ ਨੇਚਰ ਨੇ ਬਣਾਇਆ ਹੋਇਆ ਨਾ, ਉਹ ਬੌਂਡਸ ਨੇ ਸਾਡੇ। ਉਹ ਤਾਂ ਕਹਿੰਦੇ ਜਿਹੜੀ 15 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਦੇ ਬੰਦੇ ਨਾ ਆਉਣ। ਨਹੀਂ, ਏਦਾਂ ਸਾਰੇ ਮੈਨੂੰ ਦੱਸੋ ਜੀ, ਕਿਹੜਾ ਨਹੀਂ ਹੈਗਾ ਪੋਲੀਟੀਕਲ? ਕੀ ਮੈਨੂੰ ਨਾਂ ਲੈ ਦਿਓ, ਮੈਂ ਆਪਣੇ ਮੂੰਹ ਨਾਂ ਨਹੀਂ ਲੈਣਾ ਚਾਹੁੰਦਾ। ਤੁਸੀਂ ਦੱਸੋ ਨਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਹੈ ਜਿਨ੍ਹਾਂ ਨੇ ਇਲੈਕਸ਼ਨ ਲੜ ਚੁੱਕੇ। ਕੋਈ ਬੀਜੇਪੀ ਦੇ ਟਿਕਟ ਤੇ ਲੜ ਚੁੱਕਾ, ਕੋਈ ਕਿਸੇ ਨੇ ਆਪਣੀ ਪਾਰਟੀ ਬਣਾਈ ਹੈ, ਕੋਈ ਡਾਇਰੈਕਟਲੀ ਲੈਫਟ ਵਾਲੇ ਸਾਰੇ ਹੀ ਕਿਸੇ ਨੇ ਜਿਹੜੀਆਂ ਲੈਫਟ ਦੀਆਂ ਪਾਰਟੀਆਂ ਨੇ ਉਹਨਾਂ ਨਾਲ ਜੁੜੇ ਨੇ। ਕੌਣ ਨਹੀਂ ਹੈਗਾ ਪੋਲੀਟੀਕਲ ਉਹਨਾਂ 'ਚ? ਟਕੈਤ ਹੋਰੀ ਕਹਿੰਦੇ ਕਿ ਅਜੇ ਲੜਾਈ ਖਤਮ ਨਹੀਂ ਹੋਈ ਸੀ, ਕਹਿੰਦੇ ਅਜੇ ਐਮਐਸਪੀ ਦੀ ਲੜਾਈ ਸੀਗੀ, ਅਜੇ ਐਮਐਸਪੀ ਦੀ ਲੜਾਈ ਕਰਨੀ ਸੀ ਪਹਿਲਾਂ ਇਸ ਤਰੀਕੇ ਨਾਲ। ਨਹੀਂ, ਇਹ ਮੈਨੂੰ ਲੱਗਦਾ ਵੀ ਉਹ ਵੀ ਜਾਣ ਬੁੱਝ ਕੇ ਸ਼ਾਇਦ ਆ ਕੋਈ ਹੋਰ ਉਹਨਾਂ ਦੇ ਮਨ 'ਚ ਕੁਝ ਹੋਏਗਾ ਜਿਹੜੀ ਇਦਾਂ ਦੀ ਗੱਲ ਕਰਦੇ ਨੇ। ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਵੀ ਐਮਐਸਪੀ ਦੀ ਲੜਾਈ ਇੱਕ ਦਿਨ ਵਿੱਚ ਖਤਮ ਹੋਣ ਵਾਲੀ ਨਹੀਂ। ਇੱਕ ਤਾਂ ਬੜਾ ਤੁਹਾਨੂੰ ਸਮਝਣਾ ਪਏਗਾ, ਗੁੰਮਰਾਹ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ। ਅੰਦੋਲਨ ਸ਼ੁਰੂ ਹੋਇਆ 3 ਕਾਨੂੰਨਾਂ ਤੇ ਮੈਂ 2017 'ਚ ਭਾਂਪ ਲਿਆ ਸੀ, ਉਦੋਂ ਲੜਾਈ ਸ਼ੁਰੂ ਕਰਤੀ ਸੀ। ਜਦੋਂ ਇਹਨਾਂ ਨੇ ਕਾਨੂੰਨ ਬਣਾਏ ਉਦੋਂ 3 ਕਾਨੂੰਨਾਂ ਤੇ ਅਸੀਂ ਰੇਲਵੇ ਲਾਈਨਾਂ ਤੇ ਧਰਨੇ ਦਿੱਤੇ 2 ਮਹੀਨੇ ਪੰਜਾਬ 'ਚ। ਉਹਦੇ ਬਾਅਦ ਅਸੀਂ ਅੱਗੇ ਵਧਣ ਵੇਲੇ ਸਾਨੂੰ ਦੂਜੀਆਂ ਸਟੇਟਾਂ ਦੀ ਲੋੜ ਸੀ। ਸਾਡੇ ਨਾਲ ਹਰਿਆਣਾ ਆਇਆ, ਉਹਦੇ ਬਾਅਦ ਯੂਪੀ ਆਇਆ, ਉਹਦੇ ਬਾਅਦ ਫਿਰ ਬਾਕੀ ਸਟੇਟਾਂ ਆਈਆਂ। ਦੂਜੀਆਂ ਸਟੇਟਾਂ ਨੂੰ ਨਾਲ ਲੈਣ ਵਾਸਤੇ ਸਾਨੂੰ ਕੋਈ ਨਾ ਕੋਈ ਡਿਮਾਂਡ ਉਹਨਾਂ ਦੀ ਰੱਖਣੀ ਜ਼ਰੂਰੀ ਸੀ। ਪੰਜਾਬ ਤੇ ਹਰਿਆਣੇ 'ਚ ਐਮਐਸਪੀ ਦੀ ਕੋਈ ਪ੍ਰੋਬਲਮ ਨਹੀਂ, ਇੱਥੇ ਆਲਰੇਡੀ ਚੱਲਦੀ ਹੈ, ਇੱਥੇ ਸਿਸਟਮ ਬਣਿਆ ਹੋਇਆ। ਜਿਹੜੀਆਂ ਬਾਕੀ ਸਟੇਟਾਂ ਨੇ ਉੱਥੇ ਲੁੱਟ ਹੁੰਦੀ ਹੈ। ਸਾਡੇ ਉਹ ਭਰਾ ਨੇ, ਸਾਡਾ ਸੋਚਣਾ ਬਣਦਾ ਹੈ। ਅਸੀਂ ਐਮਐਸਪੀ ਦੀ ਡਿਮਾਂਡ ਉੱਥੇ ਰੱਖੀ, ਪਰ ਐਮਐਸਪੀ ਦੀ ਡਿਮਾਂਡ ਜੇ ਹੁਣ ਉਹਨਾਂ ਨੇ ਕਿਹਾ ਸੀ ਕਮੇਟੀ ਬਣਾਉਂਦੇ ਆ, ਅਸੀਂ ਉਹਦੇ ਤੇ ਡਿਸਕਸ ਕਰਾਂਗੇ। ਸਰਕਾਰ ਹਮੇਸ਼ਾ ਕੋਸ਼ਿਸ਼ ਕਰਦੀ ਹੈ ਵੀ ਕਿਸੇ ਤਰ੍ਹਾਂ ਇਹ ਤੋਂ ਤਿਲਕਿਆ ਜਾਏ, ਜੇ ਤਿਲਕਣਗੇ ਤਾਂ ਵੀ ਲੜਾਂਗੇ। ਪਰ
ਇੱਕ ਗੱਲ ਸਮਝਣੀ ਚਾਹੀਦੀ ਹੈ, MSP ਦੀ ਲੜਾਈ 'ਚ ਇੰਨਾ ਕੁਛ ਹੈ ਜਿਹਦੇ ਤੇ ਡਿਬੇਟ ਹੋਣੀ ਹੈ। ਇਹ ਇੱਕ ਦਿਨ 'ਚ ਨਹੀਂ ਕਾਨੂੰਨ ਬਣਨਾ। ਅੱਜ ਦਾ ਜਿਹੜਾ CACP ਦੀਆਂ ਟਰਮਸ ਆਫ ਰੈਫਰੈਂਸ ਨੇ ਟੋਟਲੀ ਐਂਟੀ ਫਾਰਮਰ ਨੇ, ਉਹ ਤੇ ਬਹਿਸ ਹੋਏਗੀ। ਜਿਹੜੀ ਇਹ ਕਮੇਟੀ ਦੀਆਂ ਟਰਮਸ ਆਫ ਰੈਫਰੈਂਸ ਹੈ ਇਹ ਡਿਸਾਈਡ ਕਰੇਗੀ। ਜੇ ਤਾਂ ਠੀਕ ਨੇ ਲਿਖੀਆਂ ਤਾਂ ਕਮੇਟੀ ਇਹ ਕੰਮ ਕਰੇਗੀ, ਨਹੀਂ ਸਾਡੀ ਕਮੇਟੀ ਤੇ ਲੜਾਈ ਹੋ ਜਾਏਗੀ ਸਰਕਾਰ ਦੇ ਨਾਲ ਜੇ ਉਹ ਟਰਮਸ ਆਫ ਰੈਫਰੈਂਸ ਨਹੀਂ ਠੀਕ ਤੈਅ ਕਰਦੇ। ਫਿਰ ਉਹਦੇ ਬਾਅਦ ਜੇ ਇਹ ਠੀਕ ਹੋ ਜਾਂਦਾ ਫਿਰ ਚੱਲੂਗੀ ਗੱਲ ਕਿਵੇਂ ਪ੍ਰੋਕਿਉਰਮੈਂਟ ਕਰਨੀ ਹੈ MSP ਤੇ। ਪ੍ਰੋਕਿਉਰਮੈਂਟ ਵਾਸਤੇ ਫਾਈਨੈਂਸਿਸ ਚਾਹੀਦੇ ਨੇ, ਉਹਦੇ ਤੇ ਵੀ ਗੱਲ ਹੋਊ। ਉਹਦੇ ਵਾਸਤੇ ਫਿਰ ਤੁਹਾਨੂੰ ਜਿਹੜਾ ਹੈਗਾ ਉਹਦੀ ਮਾਰਕੀਟਿੰਗ ਅੱਗੇ ਕਰਨੀ ਹੈ, ਉਹਦਾ ਵੀ ਡਿਸਕਸ ਹੋਊ। ਫਿਰ ਇਹ ਵੀ ਹੋਊਗਾ ਵੀ ਜਿਹੜਾ ਇੰਪੋਰਟ ਐਕਸਪੋਰਟ ਹੈ ਬਾਹਰੋਂ ਮੰਗਵਾ ਲੈਂਦੇ ਨੇ, ਜਦੋਂ ਸਾਡੇ ਕੋਲ ਕੋਈ ਥੋੜ੍ਹਾ ਜਿਹਾ ਹੁੰਦਾ ਹੋਰ ਕੀਮਤਾਂ ਲਿਖ ਜਾਂਦੀਆਂ ਨੇ, ਉਹਦਾ ਕੀ ਅਸਰ ਹੋਊ। ਇਹ ਬਹੁਤ ਸਾਰੇ ਫੈਕਟਰ ਨੇ ਜਿਨ੍ਹਾਂ ਦੇ ਉੱਤੇ ਬਹਿਸ ਹੋਊ, ਔਰ ਉਹ ਬਹਿਸ ਤੋਂ ਬਾਅਦ ਕੀ ਨਿਚੋੜ ਨਿਕਲਦਾ ਉਹਦੇ ਮੁਤਾਬਕ ਕਾਨੂੰਨ ਬਣੂ। ਸਾਡੀ ਮੰਗ ਇਹ ਹੈ ਵੀ ਕਾਨੂੰਨ ਇਹ ਬਣਾਓ ਵੀ MSP ਤੇ ਹੇਠਾਂ ਚਾਹੇ ਸਰਕਾਰ ਖਰੀਦੇ ਚਾਹੇ ਪ੍ਰਾਈਵੇਟ ਵਪਾਰੀ ਖਰੀਦੇ, ਕੋਈ ਖਰੀਦ ਨਾ ਸਕੇ। ਜੇ ਉਹ ਖਰੀਦਦਾ ਤਾਂ ਆਫੈਂਸ ਹੋਵੇ, ਉਹਨੂੰ ਸਜ਼ਾ ਹੋਵੇ। ਤਾਂ MSP ਦੀ ਲੜਾਈ ਵੱਡੀ ਲੜਾਈ ਹੈ। ਇਸ ਲੜਾਈ ਤੇ ਸਮਾਂ ਬਹੁਤ ਲੱਗਣਾ। ਇਹ ਅੱਜ ਸੈਟਲ ਹੋਣ ਵਾਲੀ ਨਹੀਂ। ਤੁਹਾਨੂੰ ਲੱਗਦਾ ਕਿ MSP ਕਿਉਂਕਿ ਪੰਜਾਬ ਤਾਂ ਹਰਿਆਣੇ ਨੂੰ ਮਿਲ ਰਿਹਾ, ਤੁਸੀਂ ਵੀ ਜ਼ਿਕਰ ਕੀਤਾ, ਅਗਰ ਦੂਜੇ ਸੂਬਿਆਂ ਨੂੰ ਮਿਲੇਗਾ, ਬਿਹਾਰ ਨੂੰ ਮਿਲੇਗਾ, ਮੱਧ ਪ੍ਰਦੇਸ਼ ਨੂੰ ਮਿਲੇਗਾ ਤਾਂ ਪੰਜਾਬ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਸੈਂਟਰ ਕਿਤੇ ਇਹ ਨਾ ਹੋਵੇ ਕਿ ਕੋਟਾ ਰੱਖ ਦੇਵੇ। ਮੇਰੇ ਦੋਸਤਾਂ ਨੂੰ ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ। ਜਦੋਂ ਅਸੀਂ ਪਹਿਲਾਂ 11 ਮੀਟਿੰਗਾਂ ਕੀਤੀਆਂ ਸਾਰੇ 40 ਜਾਂਦੇ ਹੁੰਦੇ ਸੀ, 32 ਪੰਜਾਬ ਦੇ ਬਾਕੀ ਦੂਜੀਆਂ ਸਟੇਟਾਂ ਦੇ। ਉੱਥੇ 2 ਵਾਰ ਇਨਡਾਇਰੈਕਟ ਮੈਂ ਇਹਨੂੰ ਥ੍ਰੈਟ ਕਹਿਣਾ, ਥ੍ਰੈਟ ਸੀ ਕੇਂਦਰ ਦਾ। ਉਹ ਕਹਿੰਦੇ ਠੀਕ ਹੈ ਅਸੀਂ ਸਾਰੇ ਦੇਸ਼ ਤੋਂ ਖਰੀਦ ਲੈਂਦੇ ਹਾਂ, ਤੁਹਾਡਾ ਸ਼ੇਅਰ ਤੋਂ ਖਰੀਦ ਲਾਂਗੇ, ਦੂਜਿਆਂ ਦਾ ਸ਼ੇਅਰ ਦੂਜਿਆਂ ਤੋਂ ਖਰੀਦ ਲਾਂਗੇ। ਉਸ ਵੇਲੇ ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ, ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ, ਮੈਂ ਰਿਪਰੈਜ਼ੈਂਟ ਕਰਦਾ ਸੀ, 3 ਬੰਦੇ ਹੋਰ ਸੀ, ਅਸੀਂ ਗੱਲਬਾਤ ਕਰਦੇ ਹੁੰਦੇ ਸੀ, 40 ਨਹੀਂ ਸੀ ਬੋਲਦੇ ਹੁੰਦੇ, 4 ਸੀ। ਤੇ ਬਹੁਤਾ ਮੈਂ ਪਾਰਟੀਸਪੇਟ ਕੀਤਾ ਉਸ ਨੈਗੋਸ਼ੀਏਸ਼ਨ 'ਚ। ਉਸ ਵੇਲੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਹ ਥ੍ਰੈਟ ਕਰ ਗਏ। ਜੇ ਇਸ ਤਰ੍ਹਾਂ ਦੀ ਗੱਲ ਅਸੀਂ ਮੰਨ ਲਈ ਤਾਂ ਇਹ ਹੋਊ ਪੰਜਾਬ ਨੂੰ ਜੇ ਆਬਾਦੀ ਨਾਲ ਜੋੜਦਾ ਤਾਂ ਵੀ, ਜੇ ਏਰੀਏ ਨਾਲ ਜੋੜਦਾ ਤਾਂ ਵੀ। ਸਾਡੀ 135 ਲੱਖ ਟਨ 137 ਲੱਖ ਟਨ ਕਣਕ ਹੁੰਦੀ ਹੈ, 35-37 ਖਰੀਦ ਲੈਣਗੇ, 100 ਲੱਖ ਕਿੱਥੇ ਜਾਊ। ਇਸੇ ਤਰ੍ਹਾਂ ਸਾਡਾ 185-87 ਲੱਖ ਟਨ ਸਾਡਾ ਝੋਨਾ ਹੁੰਦਾ। ਜੇ ਉਹਦੇ ਵਿੱਚੋਂ 50 ਲੱਖ ਟਨ ਖਰੀਦ ਲਿਆ, ਬਾਕੀ ਕਿੱਥੇ ਜਾਊ। ਪੰਜਾਬ ਡੁੱਬ ਜਾਊ। ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਖੇਤੀ ਤੇ ਆਧਾਰਿਤ ਹੈ, ਸਾਰਾ ਪੰਜਾਬ ਡੁੱਬ ਜਾਊ। ਇਸ ਕਰਕੇ ਇਹ ਜਿਹੜਾ ਥ੍ਰੈਟ ਕੀਤਾ ਇਹਨੂੰ ਧਿਆਨ 'ਚ ਰੱਖੋ। ਅਸੀਂ ਇਦਾਂ ਦੀ ਗੱਲ ਜੇ ਮੰਨ ਕੇ ਚਲੇ ਗਏ ਤਾਂ ਲੋਕਾਂ ਨੇ ਤੁਹਾਨੂੰ ਕੁੱਟਣਾ ਵੀ ਆਪ ਫੈਸਲਾ ਕਰਕੇ। ਉਹ ਤੇ ਬਾਅਦ ਅਸੀਂ ਇੱਕ ਗੱਲ ਪਾਈ ਉੱਥੇ, ਬਈ ਜੀ ਇਹ ਲਿਖੋ ਬਈ ਜਿਹੜੀ ਸਟੇਟ ਵਿੱਚੋਂ ਜਿੰਨੀ ਪ੍ਰੋਕਿਉਰਮੈਂਟ ਤੁਸੀਂ ਪਿਛਲੇ 3 ਸਾਲਾਂ 'ਚ ਕੀਤੀ ਹੈ, ਉਹ ਜਿਹੜੀ ਹਾਈਐਸਟ ਫਿਗਰ ਹੈ ਉਹਨੂੰ ਤੁਸੀਂ ਮੇਨਟੇਨ ਕਰੋਗੇ, ਉਹਦੇ ਘੱਟ ਤੁਸੀਂ ਖਰੀਦੋਗੇ ਨਹੀਂ, ਉਨੀ ਤੁਹਾਨੂੰ ਖਰੀਦਣੀ ਹੀ ਪਏਗੀ। ਇਹਦੇ ਨਾਲ ਸਾਡੇ ਜਿਹੜੇ ਇੰਟਰਸਟ ਨੇ ਪੰਜਾਬ ਤੇ ਹਰਿਆਣੇ ਦੇ ਉਹ ਸਿਕਿਉਰ ਹੋ ਗਏ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਲੇਮੈਨ ਨੂੰ ਗੁੰਮਰਾਹ ਕਰਨ ਨੂੰ ਕੁਝ ਕਹਿ ਦਿਓ, ਪਰ ਜਦੋਂ ਤੁਸੀਂ ਫੇਸ ਕਰਨਾ ਆਪਣੇ ਵਿਰੋਧੀ ਨੂੰ ਜਾਂ ਸਰਕਾਰ ਨੂੰ, ਉੱਥੇ ਤੁਸੀਂ ਕੀ ਲੌਜਿਕ ਦੇਣਾ। ਲੌਜਿਕ ਨਾਲ ਗੱਲ ਹੋਣੀ ਹੈ। ਕਿਉਂਕਿ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਨਾ, ਕਹਿੰਦੇ FCI 'ਚ ਤਾਂ ਪਹਿਲਾਂ ਹੀ ਝੋਨਾ ਪਿਆ ਹੋਇਆ, ਬੇਹਦ ਪਹਿਲਾਂ ਹੀ ਇੰਨਾ ਪਿਆ ਹੋਇਆ ਕਿ ਅਗਲੇ 3 ਸਾਲ ਦਾ। FCI ਦੀ ਸਥਿਤੀ ਦੇਖੋ, ਸ਼ਾਂਤਾ ਕੁਮਾਰ ਕਮੇਟੀ ਨੇ ਕਹਿਤਾ FCI ਇੱਕ ਭ੍ਰਿਸ਼ਟ ਹਾਥੀ ਹੈ, ਇਹਨੂੰ ਡਿਸਬੈਂਡ ਕਰੋ। ਔਰ ਉਹਨੇ ਕਹਿਤਾ ਵੀ ਜਿਹੜੀ ਤੁਸੀਂ PDS 'ਚ ਗਰੀਬਾਂ ਨੂੰ ਆਟਾ ਦਾਲ ਜਾਂ ਹੋਰ ਸਕੀਮਾਂ 'ਚ ਅਨਾਜ ਦਿੰਦੇ ਹੋ, ਉਹਦੀ ਬਜਾਏ ਉਹਨਾਂ ਨੂੰ ਪੈਸੇ ਦੇਣੇ ਸ਼ੁਰੂ ਕਰੋ। ਤਾਂ ਉਹਨੇ ਬੜਾ ਕਲੀਅਰ ਆਪਣਾ ਇੱਕ ਰਿਪੋਰਟ ਸਰਕਾਰ ਨੂੰ ਦੇ ਦਿੱਤੀ। ਸਰਕਾਰ ਉਸ ਪਾਸੇ ਤੁਰੀ ਹੋਈ ਹੈ। ਸਾਨੂੰ ਸਮਝਣਾ ਚਾਹੀਦਾ ਹੈ, ਐਵੇਂ ਅੱਖਾਂ ਮੀਚ ਕੇ ਅਸੀਂ ਵਿਰੋਧ ਕਰੀਏ ਜੇ ਹਮਾਇਤ ਕਰੀਏ, ਉਹਨਾਂ ਨਹੀਂ, ਇੱਦਾਂ ਨਹੀਂ ਕੰਮ ਚੱਲਣਾ। ਸਾਰਾ ਓਵਰਆਲ ਸਾਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਨੂੰ ਵੀ ਦੇਖਣਾ ਪਊ, ਉਹਨਾਂ ਦੀਆਂ ਪਾਲਿਸੀਆਂ ਵੀ ਪ੍ਰਭਾਵਿਤ ਕਰਨਗੀਆਂ। ਜੇ FCI ਡਿਸਬੈਂਡ ਹੁੰਦੀ ਹੈ ਜਿਹੜੀ ਉਹਨਾਂ ਨੇ ਸ਼ੁਰੂ ਕਰਤਾ, ਇਹਨਾਂ ਨੇ ਹੁਣ ਇਸ ਪਿਛਲੇ ਸਾਲ ਅਡਾਨੀ ਨੂੰ ਸਾਰੇ ਦੇਸ਼ ਦੇ ਜਿੰਨੇ FCI ਦੇ ਗੋਦਾਮ ਨੇ 800 ਕਰੋੜ 'ਚ ਰੈਂਟ ਤੇ ਦੇਤੇ, ਆਪਣਾ ਗੋਦਾਮਾਂ ਤੋਂ ਖੜਾ ਚੜਾ ਲਿਆ। ਇਸ ਤਰ੍ਹਾਂ ਵੀ ਜਿਵੇਂ ਇਹਨਾਂ ਨੂੰ ਹੁਣ ਲੋੜ ਨਹੀਂ, ਹੁਣ ਅਡਾਨੀ ਅੰਬਾਨੀ ਖਰੀਦਣਗੇ, ਉਹ ਆਪਣਾ ਅਨਾਜ ਉੱਥੇ ਰੱਖਣਗੇ। ਤੇ 800 ਕਰੋੜ 'ਚ ਖਰੀਦ ਕੇ ਫਾਰਮੂਲਾ ਇਹੋ ਜਿਹਾ ਬਣਾਤਾ, ਫਿਰ ਉਹ ਤੋਂ ਰੈਂਟ ਤੇ ਲੈਂਦੇ ਨੇ, ਉਹਨੂੰ 3000 ਕਰੋੜ ਦਿੰਦੇ ਨੇ, 2200 ਕਰੋੜ ਉਹਨੂੰ ਦਿੰਦੇ। ਇਹ ਤਾਂ ਬੇਸਿਕਲੀ ਕਾਰਪੋਰੇਟ ਦੀ ਸਰਕਾਰ ਨਾ, ਇਹ ਉਹਨੂੰ 2200 ਕਰੋੜ ਦਾ ਆਪਣੇ ਹੀ ਗੋਦਾਮਾਂ ਦੇ ਕਿਰਾਏ ਦੇ ਨਾਂ ਤੇ ਉਧਰ ਬੁੱਕ ਟ੍ਰਾਂਸਫਰ ਕਰਕੇ ਦਿੰਦੇ ਨੇ। ਤੇ ਪਰ ਸਾਡੇ ਲਈ ਇਹ ਇੱਕ ਚੌਕਸ ਹੋਣ ਵਾਲਾ ਸਮਾਂ ਵੀ ਜਦੋਂ ਉਹਨਾਂ ਨੇ ਗੋਦਾਮ ਛੱਡਤੇ, FCI ਦੇ EMPLOYEES ਨੂੰ ਅੰਦਰ ਖਾਤੇ ਅਫਸਰਾਂ ਨੂੰ ਕਹਿਤਾ ਇਹਨੂੰ ਡਿਸਬੈਂਡ ਕਰਨਾ, ਤੇ ਫਿਰ ਅਸੀਂ ਕਿੱਥੇ ਖੜੇ ਹੋਵਾਂਗੇ, ਸਾਡੀ ਪ੍ਰੋਕਿਉਰਮੈਂਟ ਕਿੱਥੇ ਜਾਏਗੀ। ਤੇ ਜੇ ਪ੍ਰੋਕਿਉਰਮੈਂਟ ਨਹੀਂ ਹੁੰਦੀ, ਸਰਪਲਸ ਮਾਰਕੀਟ 'ਚ ਵੇਅਰ ਡੂ ਵੀ ਸਟੈਂਡ, ਤੇ ਕੀ ਪੰਜਾਬ ਦਾ ਅਸੀਂ ਪੱਠਾ ਬਿਠਾ ਦੇਣਾ।
ਇਹ ਚੌਕਸ ਹੋਣ ਦਾ ਸਮਾਂ ਹੈ। ਤੁਹਾਡੇ ਕੋਲ ਅਜਿਹਾ ਕੀ ਫਾਰਮੂਲਾ ਹੈ ਕਿ ਤੁਹਾਡੀ ਸਰਕਾਰ ਬਣਦੀ ਹੈ ਤਾਂ ਤੁਸੀਂ ਕਿਸਾਨਾਂ ਨੂੰ ਖੁਸ਼ਹਾਲ ਕਰੋਗੇ? ਕਿਉਂਕਿ ਕਿਸਾਨ ਤਾਂ ਕਾਨੂੰਨ ਬਣਨ ਤੋਂ ਪਹਿਲਾਂ ਵੀ ਮਾੜੇ ਹਾਲਾਤਾਂ 'ਚ ਸੀ, ਕਿਸਾਨ ਤਾਂ ਉਦੋਂ ਵੀ ਖੁਦਕੁਸ਼ੀ ਕਰ ਰਿਹਾ ਸੀ। ਤੁਹਾਡੇ ਕੋਲ ਕੀ ਫਾਰਮੂਲਾ ਹੈ ਕਿ ਤੁਹਾਡੀ ਸਰਕਾਰ ਬਣਦੀ ਹੈ, ਤੁਹਾਡੀ ਸੂਬਾ ਸਰਕਾਰ ਜਿੰਦੇ ਉੱਤੇ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ, ਉਹ ਤੁਸੀਂ ਆ ਕੇ ਕਰੋਗੇ ਤਾਂ ਕਿ ਕਿਸਾਨ ਖੁਸ਼ਹਾਲ ਹੋਵੇ? ਦੇਖੋ, ਇੱਕ ਗੱਲ ਬੜੀ ਸਾਫ਼ ਸਮਝਣੀ ਚਾਹੀਦੀ ਹੈ। ਸਾਡੇ ਇੱਥੇ ਸਟੇਟ ਵਿੱਚ ਜੇ ਪੋਲੀਟੀਕਲ ਕਰਪਸ਼ਨ ਰੋਕ ਦਿੱਤੀ ਜਾਏ, ਪੰਜਾਬ ਵਿੱਚ ਕੁਦਰਤ ਨੇ ਰਿਸੋਰਸਿਸ ਬਹੁਤ ਬਖਸ਼ੇ ਹੋਏ ਨੇ, ਸਾਡੇ ਕੋਲ ਬੜਾ ਕੁਛ ਹੈ। ਰੇਤਾ ਸਾਡਾ ਤਾਂ ਕੁਝ ਨਹੀਂ ਲੱਗਦਾ, ਕੁਦਰਤ ਨੇ ਦਿੱਤਾ ਹੋਇਆ ਨਾ। ਰੇਤਾ ਬਜਰੀ ਦੇ ਵਿੱਚ 25,000 ਕਰੋੜ ਦਾ ਬਿਜ਼ਨਸ ਹੈ। ਇਹ ਸਾਰਾ ਜਿਹੜਾ ਪੋਲੀਟੀਕਲ ਲੋਕਾਂ ਦੇ ਹੱਥਾਂ 'ਚ। ਚੰਨੀ ਸਾਹਿਬ ਕਹਿੰਦੇ 5.5 ਰੁਪਏ ਕਰਤਾ, ਕਹਿੰਦੇ ਜੇ ਕਿਸੇ ਨੇ ਮਹਿੰਗੀ ਕਰ ਵੇਚ ਰਿਹਾ ਵੀਡੀਓ ਬਣਾ ਕੇ ਦਿਓ 25,000 ਰੁਪਏ ਦੇਵਾਂਗੇ। ਹੈ ਤਾਂ ਇਹਨਾਂ ਦੇ ਬੰਦਿਆਂ ਕੋਲੇ ਮਹਿੰਗਾ ਵੇਚੇ ਸਸਤਾ ਵੇਚੇ ਕਿੰਨੇ ਕੁ ਫੜੇ ਨੇ ਆਪ ਅੱਜ ਦੇ ਕਿੰਨੇ ਕੁ ਫੜ ਲਏ ਉਹਨਾਂ ਨੇ? ਐਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ, ਲੋਕਾਂ ਨੂੰ ਮੂਰਖ ਬਣਾਉਣ ਦੀਆਂ। ਅਸਲੀਅਤ ਇਹੀ ਹੈ ਵੀ ਇਹ ਰੇਤਾ ਕੁਦਰਤੀ ਬਖਸ਼ਿਸ਼ ਹੈ, ਪੰਜਾਬ ਦਾ ਇੱਕ ਕੁਦਰਤੀ ਸੋਮਾ ਹੈ। ਇਹਦੇ ਨਾਲ ਪੰਜਾਬ ਵਿੱਚ 25,000 ਕਰੋੜ ਰੁਪਏ ਤੱਕ ਪੰਜਾਬ ਦੇ ਖਜ਼ਾਨੇ 'ਚ ਆ ਸਕਦਾ, ਜਿਹੜਾ ਸਾਨੂੰ 400-500 ਕਰੋੜ ਆਉਂਦਾ। ਇੱਕ ਤਾਂ ਇਹ। ਦੂਸਰਾ, ਤੁਹਾਡੇ ਕੋਲ ਸ਼ਰਾਬ ਦੇ ਠੇਕੇ ਨੇ। ਤਾਮਿਲਨਾਡੂ ਨੇ ਤਜਰਬਾ ਕੀਤਾ, ਉੱਥੇ ਵੀ ਇਸੇ ਤਰ੍ਹਾਂ ਠੇਕੇ ਪੋਲੀਟੀਸ਼ੀਅਨ ਲੈਂਦੇ ਹੁੰਦੇ ਸੀ। ਉਹਨਾਂ ਨੇ ਕਾਰਪੋਰੇਸ਼ਨ ਬਣਾ ਕੇ ਸਾਰਾ ਕਾਰੋਬਾਰ ਆਪਣੇ ਹੱਥ 'ਚ ਲੈ ਲਿਆ, ਉਹਨਾਂ ਦੀ ਇਨਕਮ 10 ਟਾਈਮਸ ਵੱਧ ਗਈ। ਸਾਡੇ ਕੋਲ ਇੱਥੇ ਕੋਈ 6,000 ਕਰੋੜ ਰੁਪਈਆ ਆਉਂਦਾ। ਸਾਰੇ ਠੇਕੇ ਤੁਸੀਂ ਨਿਗਾਹ ਮਾਰ ਲਓ, MLAs ਦੂਜੇ ਪੋਲੀਟੀਸ਼ੀਅਨ ਉਹਨਾਂ ਦੇ ਨੇ। ਤੇ ਕੀ ਪੰਜਾਬ 'ਚ ਨਹੀਂ 10 ਟਾਈਮਸ ਹੋ ਸਕਦਾ? 60,000 ਕਰੋੜ ਨਹੀਂ ਆ ਸਕਦਾ? ਉਹ ਖਜ਼ਾਨੇ 'ਚ ਆਊ। ਇਸੇ ਤਰ੍ਹਾਂ ਟਰਾਂਸਪੋਰਟ ਹੈ, ਸਾਰੀ ਟਰਾਂਸਪੋਰਟ ਦੇ ਵਿੱਚ ਜਿੰਨਾ ਪੋਲੀਟੀਕਲ ਲੋਕ ਇਹਨੂੰ ਖਾਣ ਲੱਗੇ ਹੋਏ ਨੇ ਇਸ ਸੈਕਟਰ ਨੂੰ, 12-15,000 ਕਰੋੜ ਰੁਪਈਆ ਇਹਦੇ 'ਚੋਂ ਨਿਕਲ ਸਕਦਾ। ਮੈਂ ਰਾਜਾ ਵੜਿੰਗ ਕਹਿੰਦੇ ਮੈਂ ਤਾਂ ਕਹਿੰਦੇ ਖੁਸ਼ਹਾਲ ਕਰਤਾ। ਐਵੇਂ ਹੁਣ 2 ਮਹੀਨੇ ਤੋਂ ਹੋ ਗਿਆ ਖੁਸ਼ਹਾਲ। ਰਾਜਾ ਵੜਿੰਗ 5 ਸਾਲ ਤੋਂ MLA ਹੈ ਤੇ 5 ਸਾਲ ਵਿੱਚ ਕਿੰਨਾ ਕਰਤਾ ਉਹਨੇ, ਚਾਹੇ ਉਹ MLA ਹੀ ਸੀ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਸਿਰਫ 5-4 ਸੈਕਟਰਸ ਦੇ ਵਿੱਚ ਮਿਨੀਮਮ 1 ਲੱਖ ਕਰੋੜ ਰੁਪਈਆ ਪੋਲੀਟੀਕਲ ਲੋਕਾਂ ਦੀ ਜੇਬਾਂ 'ਚ ਜਾਂਦਾ ਹੈ, ਉਹ ਇਸ ਬਿਜ਼ਨਸ 'ਚ ਨੇ। ਅਸੀਂ ਇਹ ਪੋਲੀਟੀਕਲ ਕਰਪਸ਼ਨ ਰੋਕ ਕੇ ਜੇ ਅਸੀਂ ਸਟੇਟ ਦੇ ਖਜ਼ਾਨੇ 'ਚ ਲੈ ਆਉਂਦੇ ਆ ਤਾਂ ਇਹਦੇ ਨਾਲ ਬੜਾ ਕੁਝ ਹੋ ਸਕਦਾ ਹੈ। ਲੇਕਿਨ ਕਿਵੇਂ ਰੋਕੋਗੇ? ਕਿਉਂਕਿ ਤੁਸੀਂ ਆਪ ਤਾਂ ਕਹਿੰਦੇ ਹੋ ਕਿ ਜਿਹੜੇ ਤੁਹਾਡੇ 22 ਯੂਨੀਅਨ ਨੇ ਉਹ ਖੁਦ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੀਆਂ ਰਹੀਆਂ ਨੇ, ਕਿਤੇ ਨਾ ਕਿਤੇ ਤਾਂ ਸਿਆਸੀ ਉਹ ਚੀਜ਼ਾਂ ਤੇ ਚੱਲਦੀਆਂ ਰਹਿਣਗੀਆਂ। ਕਿਵੇਂ ਇਹ ਖਤਮ ਹੋ ਜਾਣਗੀਆਂ? ਤੁਸੀਂ CM ਬਣੋਗੇ, ਕਿਵੇਂ ਖਤਮ ਕਰ ਦੋਗੇ? ਦੇਖੋ, ਜੇ ਤੁਸੀਂ ਇਕੱਠੇ ਹੋਵੋਗੇ ਨਾ, ਫਿਰ ਤੁਸੀਂ ਪਾਲਿਸੀਜ਼ ਤੁਸੀਂ ਡਰਾਫਟ ਕਰਨੀ ਹੈ, ਫਿਰ ਕਿਸੇ ਹੋਰ ਨੇ ਨਹੀਂ। ਅੱਜ ਜਿਹਦੀ ਸਰਕਾਰ ਹੈ ਉਹ ਆਪਣੀ ਪਾਲਿਸੀਜ਼ ਤੇ ਚੱਲਦਾ ਹੈ, ਤੇ ਤੁਸੀਂ, ਤੁਹਾਡੀ ਸਰਕਾਰ ਹੋ, ਤੁਸੀਂ ਆਪਣੀ ਪਾਲਿਸੀਜ਼ ਤੇ ਚੱਲੋਗੇ ਤਾਂ ਇਹ 1 ਲੱਖ ਕਰੋੜ ਰੁਪਈਆ ਜਿਹੜਾ ਪੋਲੀਟੀਕਲ ਲੋਕਾਂ ਦੀ ਜੇਬ ਜਾਂਦਾ ਹੈ, ਇਹੀ ਰੋਕ ਦਿਓ ਤਾਂ ਬਹੁਤ ਵੱਡੀ ਪ੍ਰਾਪਤੀ ਹੋਏਗੀ। ਇੱਕ ਗੱਲ, ਇੱਕ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਮੈਂ ਸਮਝਦਾ ਉਹ ਇਹ ਹੈ ਵੀ ਸਿਸਟਮ ਵਿੱਚ ਵਿਸ਼ਵਾਸ ਨਹੀਂ ਰਿਹਾ ਲੋਕਾਂ ਨੂੰ। ਕੋਈ ਸਰਕਾਰੀ ਦਰਬਾਰੇ ਕਿਸੇ ਦੀ ਪੁੱਛ ਪ੍ਰਤੀਤ ਨਹੀਂ। ਸਿਸਟਮ ਸੁਧਾਰ ਕੇ ਇਦਾਂ ਦਾ ਬਣਾਉਣਾ ਪਏਗਾ ਜਿਹਦੇ ਵਿੱਚ ਆਮ ਬੰਦੇ ਦੀ, ਆਮ ਸ਼ਹਿਰੀ ਦੀ ਉੱਥੇ ਅਹਿਮੀਅਤ ਹੋਵੇ। ਲੇਕਿਨ ਝੋਨੇ ਕਣਕ ਤੋਂ ਕਿਵੇਂ ਬਾਹਰ ਕੱਢੋਗੇ? ਝੋਨੇ ਦੀ ਵਜ੍ਹਾ ਕਰਕੇ ਪਾਣੀ ਤਾਂ ਹੇਠਾਂ ਜਾ ਰਿਹਾ, ਬੰਜਰ ਹੋ ਰਿਹਾ। ਇੱਕ ਸਰਵੇ ਕਹਿੰਦਾ ਅਗਲੇ 10 ਸਾਲਾਂ 'ਚ ਕਿਤੇ ਮੂਰਥਲ ਨਾ ਪੰਜਾਬ ਬਣ ਜਾਏ। ਬਿਲਕੁਲ ਠੀਕ ਹੈ, ਮੈਂ ਬੜਾ ਕਲੀਅਰ ਹਾਂ ਇਸ ਗੱਲ ਤੇ। ਮੈਂ ਸਰਕਾਰ ਨੂੰ ਡਿਊਰਿੰਗ ਨੈਗੋਸ਼ੀਏਸ਼ਨਸ ਇਹ ਵੀ ਗੱਲ ਕਹੀ ਸੀ ਵੀ ਪੰਜਾਬ ਦਾ ਸਭ ਤੋਂ ਵੱਡਾ ਕ੍ਰਾਈਸਿਸ ਪਾਣੀ ਹੈ। ਪਾਣੀ ਇਹਨਾਂ ਨੇ ਸਾਡਾ ਪਾਣੀ ਤੋਂ ਅਸੀਂ ਝੋਨਾ ਪੈਦਾ ਕਰਦੇ ਸੀ ਨਾ। ਪਰ ਤੁਸੀਂ ਕੀ ਕਰੋਗੇ? ਮੈਂ ਦੱਸਦਾ, ਪਾਣੀ ਤੋਂ ਝੋਨਾ ਪੈਦਾ ਕਰਦੇ ਸੀ। ਸਾਡਾ ਇਹ ਪਾਣੀ ਦੀ ਕੀਮਤ ਕਦੇ ਕਾਸਟ ਕੈਲਕੂਲੇਸ਼ਨ ਵਿੱਚ ਗਿਣੀ ਹੋਈ ਨਹੀਂ ਗਈ, ਇਹ ਮੁਫਤ 'ਚ ਜਾਂਦਾ ਰਿਹਾ ਸਾਰੇ ਦੇਸ਼ ਨੂੰ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਦਾਲਾਂ 1.5 ਲੱਖ ਕਰੋੜ ਦੀਆਂ ਦਾਲਾਂ ਤੇ ਐਡੀਬਲ ਆਇਲ ਇੰਪੋਰਟ ਕਰਦੇ ਹੋ, ਸਾਡੇ ਕੋਲੋਂ ਦਾਲਾਂ ਤੇ ਤੇਲ ਬੀਜ ਖਰੀਦਣੇ ਸ਼ੁਰੂ ਕਰੋ। ਫॉर ਐਗਜ਼ਾਮਪਲ, ਸਾਡੀ ਜਿਹੜੀ ਮੂੰਗੀ ਦੀ ਦਾਲ ਹੈ ਇਹ 3,3200 ਨੂੰ ਵਿਕਦੀ ਹੈ। ਇਹਦੀ ਜਿਹੜੀ MSP ਉਹ 7200 ਹੈ। ਜੇ ਮੈਨੂੰ 7200 ਮਿਲੇ ਤਾਂ 8 ਕੁਇੰਟਲ ਤੱਕ ਝਾੜ ਹੈ ਇਹਦਾ, 8,56,000 ਰੁਪਇਆ 1 ਏਕੜ ਦਾ ਵਟਿਆ ਗਿਆ, ਤੇ ਮੈਨੂੰ ਇੰਨਾ ਹੀ ਝੋਨੇ 'ਚੋਂ ਵਟਿਆ ਜਾਂਦਾ। ਮੈਂ ਝੋਨੇ ਤੋਂ ਕੀ ਲੈਣਾ ਜੀ ਫਿਰ? ਔਰ ਇਹਦੀ ਜਿਹੜੀ ਦਾਲ ਦੀ ਹੈ ਇਹਦੀ ਲੇਬਰ ਕਾਸਟ ਘੱਟ ਹੈ, ਇਹਦੀ ਮੇਰੀ ਖਜਾਲਤ ਘੱਟ ਹੈ। ਇਹਨੇ ਧਰਤੀ ਦੇ ਵਿੱਚ ਨਾਈਟ੍ਰੋਜਨ ਛੱਡਣੀ ਹੈ, ਮੇਰੀ ਧਰਤੀ ਦੀ ਫਰਟੀਲਿਟੀ ਵਧੇਗੀ, ਖਾਦਾਂ ਘੱਟ ਪੈਣਗੀਆਂ, ਮੈਨੂੰ 4 ਪੈਸੇ ਵੱਧ ਬਚਣਗੇ। ਫਿਰ ਮੈਂ ਝੋਨੇ ਤੋਂ ਕੀ ਕਰਾਉਣਾ? ਮੇਰੇ ਕੋਲ ਬਦਲ ਹੈ। ਆਇਲ ਸੀਡਸ ਨੇ ਸਾਡੇ ਕੋਲ, ਸੂਰਜਮੁਖੀ ਹੈ, ਉਹਦੀ MSP ਹੈਗੀ ਹੈ 6,000 ਤੇ ਸਾਨੂੰ ਮਿਲਦਾ ਕਿੰਨਾ? 3500-3700। ਤੇ ਜੇ ਮੇਰੀ ਸੂਰਜਮੁਖੀ ਸਰਕਾਰ ਖਰੀਦਣ ਲੱਗ ਜੇ, ਹੈ ਕੁਝ ਵੀ ਨਹੀਂ। ਮੈਂ ਤਾਂ ਪੰਜਾਬ ਸਰਕਾਰ ਖਰੀਦੇਗੀ। ਜੇ ਤੁਹਾਡੀ ਸਰਕਾਰ ਬਣਦੀ ਤੁਸੀਂ ਖਰੀਦੋਗੇ? ਇੱਥੇ ਹੀ ਤਾਂ ਆਵਾਂਗੇ ਅਸੀਂ। ਸਾਡੀ ਪਾਲਿਸੀ ਉਹ ਜਿਹੜਾ ਲੱਖ ਕਰੋੜ ਆ ਉਹਦੇ ਵਿੱਚ ਅਸੀਂ 40,000 ਕਰੋੜ ਅੱਡ ਕੱਢ ਕੇ ਰੱਖ ਦਾਂਗੇ। ਜੇ ਸਰਕਾਰ ਭੱਜ ਵੀ ਜਾਏ ਨਾ ਸੈਂਟਰ ਵੀ ਨਾ ਖਰੀਦੀ ਅਸੀਂ ਕਣਕ ਝੋਨਾ, ਅਸੀਂ ਖਰੀਦਾਂਗੇ ਔਰ ਅਸੀਂ ਐਸੀ ਟ੍ਰੇਡਿੰਗ। ਤੁਸੀਂ ਕਹਿੰਦੇ ਤੁਹਾਡੀ ਸਰਕਾਰ ਬਣੇ ਤਾਂ ਤੁਸੀਂ MSP ਦਿਓਗੇ? ਅਸੀਂ MSP ਤੇ ਖਰੀਦਾਂਗੇ। ਔਰ ਤੁਸੀਂ ਦੇਖਿਓ ਹੈ ਕੀ ਸਥਿਤੀ, ਸਾਡੇ ਕੋਲ 35% ਹੈ ਕੇਂਦਰ ਦੀ ਜਿਹੜੀ ਕੁੱਲ ਕਿੱਟੀ ਹੈ ਉਹਦਾ, ਤੇ 5% ਜੇ ਤੁਹਾਡੀ ਪ੍ਰੋਡਕਸ਼ਨ ਘਟ ਜੇ ਨਾ,
ਕੀਮਤਾਂ ਅਸਮਾਨੀ ਚੜ ਜਾਂਦੀਆਂ। ਸਾਡੇ ਹੱਥ 'ਚ 35% ਅਸੀਂ ਘੁੱਟ ਲਾਂਗੇ, ਸਾਡੇ ਨਾਲ ਕਿਹੜਾ ਲਿਹਾਜ਼ ਕੀਤੀ, ਅਸੀਂ ਫਿਰ ਆਪਣੇ ਭਾਅ ਵੇਚਾਂਗੇ। ਔਰ ਇਹ ਸਿਰਫ ਸਰਕਾਰਾਂ ਦਾ ਸਿਰਦਰਦੀ ਲੈਣ ਦੀ ਗੱਲ ਹੈ। ਆਪਣੇ ਸਿਰ ਲੈ ਕੇ ਨਾ ਤੁਸੀਂ ਕਲੀਅਰ ਹੋਵੋ, ਵਿਜ਼ਨਰੀ ਹੋਵੋ, ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਹੋ। ਪਰ ਕਿਉਂਕਿ ਸਾਡਾ ਨਿਸ਼ਾਨਾ ਤਾਂ ਇਹੀ ਹੁੰਦਾ ਵੀ ਮੈਂ ਸ਼ਰਾਬ ਦੇ ਠੇਕੇ ਲੈ ਲਏ, ਮੁੰਡੇ ਮੇਰੇ ਕੰਮ ਕਰਦੇ ਨੇ, ਕਿਤੇ ਕੋਈ ਉਹ ਲੈ ਲਿਆ ਆਪਣਾ ਕੋਈ ਖੱਡ ਲੈ ਲਈ ਇੱਕ ਅੱਧੀ ਮੌਜਾਂ ਨੇ, ਫਿਰ ਮਸ਼ੀਨਰੀ ਰਾਹੀਂ ਪੈਸੇ ਆਈ ਜਾਂਦੇ ਨੇ। ਤੁਹਾਨੂੰ ਪਤਾ ਇੱਕ ਐਸਾ ਸਿਸਟਮ ਬਣਾਤਾ, ਬਹੁਤ ਅਫਸੋਸ ਹੁੰਦਾ ਮੈਨੂੰ ਇਹ ਜਾਣ ਕੇ ਵੀ ਅਪੋਜੀਸ਼ਨ ਦੇ ਲੀਡਰ ਨੂੰ ਵੀ ਲੋਕ ਮਹੀਨਾ ਦਿੰਦੇ ਨੇ ਆ ਕੇ। ਤੇ ਇੱਕ ਅਪੋਜੀਸ਼ਨ ਵਿੱਚ ਵੀ ਐਮਐਲਏ ਬੈਠਾ ਹੈ, ਉਹ 12-15 ਲੱਖ ਰੁਪਇਆ ਮਹੀਨਾ ਬਾਹਰੋਂ ਇੱਧਰੋਂ ਉੱਧਰੋਂ ਜਿਹੜੇ ਮਹੀਨਾ ਆਉਂਦਾ, ਰੂਲਿੰਗ ਪਾਰਟੀ ਵਾਲੇ ਨੂੰ ਵੱਧ ਮਿਲਦਾ, ਉਹਨੂੰ ਘੱਟ ਮਿਲਦਾ, ਉਹ ਕਮਾਈ ਜਾਂਦਾ। ਤੇ ਫਿਰ ਡੂ ਵੀ ਸਟੈਂਡ? ਲੇਕਿਨ ਪਿੰਡੂ ਵੋਟ ਤਾਂ ਤੁਹਾਡੇ ਨਾਲ ਜੇ ਆ ਵੀ ਜਾਂਦੀ ਕਿਸਾਨ ਵੋਟ, ਸ਼ਹਿਰੀ ਵੋਟ ਕਿਵੇਂ ਕਰੋਗੇ? ਇੱਕ ਸ਼ਹਿਰੀ ਵੋਟ ਵੀ ਤਾਂ ਇੱਕ ਵੱਡੀ ਵੋਟ ਹੈ। ਇਹੀ ਇੱਕ ਗੱਲ ਹੈ ਜਿਹੜੀ ਤਬਦੀਲੀ ਆ ਰਹੀ ਹੈ। ਪੰਜਾਬ ਕਰਵਟ ਲੈ ਰਿਹਾ। ਪੰਜਾਬ ਵਿੱਚ ਇੰਨੀ ਚਰਚਾ ਹੈ, ਜਿਹੜਾ ਵਪਾਰੀ ਹੈ ਉਹ ਸਮਝਣ ਲੱਗਿਆ ਵੀ ਸਾਨੂੰ ਇਹ ਲੁੱਟਦੇ ਨੇ, ਸਾਨੂੰ ਇਹ ਕੰਮ ਨਹੀਂ ਕਰਨ ਦਿੰਦੇ। ਫਿਰ ਵੀ ਪਹਿਲਾਂ ਪੈਸੇ ਲੈ ਲੈਂਦੇ ਨੇ, ਫਿਰ ਉਹਦੇ ਮਗਰ ਫਿਰ ਡਰਾਈ ਜਾਂਦੇ ਨੇ। ਕਦੇ ਇਨਕਮ ਟੈਕਸ ਦਾ ਛਾਪਾ ਮਰਵਾਤਾ, ਕਦੇ ਈਡੀ ਵਾਲਿਆਂ ਨੂੰ ਦਿਖਾਤਾ, ਕਦੇ ਇੰਸਪੈਕਟਰ ਭੇਜਤਾ। ਇੰਡਸਟਰੀ ਵਾਲੇ ਦੁਖੀ ਨੇ, ਵਪਾਰੀ ਦੁਖੀ ਹੈ, ਛੋਟਾ ਦੁਕਾਨਦਾਰ ਨੂੰ ਜਿਉਣ ਹੀ ਨਹੀਂ ਦਿੰਦੇ। ਤੋ ਇਹ ਸਾਰੇ ਲੋਕ ਦੁਖੀ ਨੇ। ਅਸੀਂ ਜੋ ਕਰਨ ਜਾ ਰਹੇ ਹਾਂ, ਅਸੀਂ ਇਹ ਸ਼ਹਿਰੀ ਪਿੰਡੂ ਦੇ ਨਾਂ ਤੇ ਨਹੀਂ, ਨਾ ਹਿੰਦੂ ਸਿੱਖ ਦੇ ਨਾਂ ਤੇ, ਅਸੀਂ ਮੁੱਦਿਆਂ ਦੇ ਨਾਂ ਤੇ ਕਰਨਾ ਚਾਹਾਂਗੇ। ਮੁੱਦਿਆਂ ਦੀ ਗੱਲ ਹੋਵੇ, ਕਿਸੇ ਦੀ ਸ਼ਹਿਰੀਕਰਨ ਦੀ, ਪਿੰਡੂ ਹੋਣ ਦੀ ਨਹੀਂ, ਨਾ ਕਿਸੇ ਦੀ ਹਿੰਦੂ ਸਿੱਖ ਦੀ ਗੱਲ ਹੋਵੇ। ਤੁਸੀਂ ਈਡੀ ਸੀਬੀਆਈ ਦਾ ਜ਼ਿਕਰ ਕੀਤਾ, ਇੱਕ ਚਿੱਠੀ ਦਾ ਵੀ ਜ਼ਿਕਰ ਹੁੰਦਾ, ਕਹਿੰਦੇ ਅੰਦੋਲਨ ਦੇ ਦੌਰਾਨ ਇੱਕ ਚਿੱਠੀ ਜਿਹੜੀ ਸਾਹਮਣੇ ਆ ਰਹੀ ਹੈ, ਉਹ ਸਮਝੌਤਾ ਕਰਨ ਜਾ ਰਹੇ ਸੀ। ਉਹ ਚਿੱਠੀ ਦਾ ਸੱਚ ਕੀ ਹੈ, ਉਹ ਤੁਸੀਂ ਕਲੀਅਰ ਕਰ ਪਾਓਗੇ? ਚਿੱਠੀ ਦਾ ਸੱਚ ਮੈਨੂੰ ਬਹੁਤ ਦੁੱਖ ਹੁੰਦਾ ਹੈ। ਮੈਂ ਅੱਜ ਨੂੰ ਘੜੀਸ ਲੈਂਦਾ ਕੋਰਟ ਦੇ ਵਿੱਚ, ਤੇ ਮੈਨੂੰ ਦੁੱਖ ਹੁੰਦਾ ਵੀ ਫਿਰ ਮੈਂ ਵੀ ਉਹਨਾਂ ਵਰਗਾ ਹੀ ਹੋ ਜਾਵਾਂਗਾ। ਕਿਸ ਨੂੰ ਤੁਸੀਂ? ਜਿਹੜੇ ਲੋਕ ਮੇਰਾ ਇਹ ਪ੍ਰਚਾਰ ਕਰਦੇ ਨੇ। ਕੀ ਸੱਚਾਈ ਕੀ ਹੈ ਚਿੱਠੀ ਦਾ ਜਿਹੜੀ ਵਾਇਰਲ ਹੋ ਰਹੀ ਹੈ? ਨਹੀਂ, ਕੋਈ ਸੱਚਾਈ ਨਹੀਂ ਹੈ, ਰੱਤੀ ਪਰ ਸੱਚਾਈ ਨਹੀਂ। ਮੇਰੇ ਦਸਤਖਤ ਦਿਖਾ ਦੇਣ, ਚਿੱਠੀ ਤੇ ਦਸਤਖਤ ਤਾਂ ਹੁੰਦੇ ਨੇ ਨਾ। ਜੇ ਕਿਸੇ ਨੂੰ ਚਿੱਠੀ ਲਿਖਦਾ, ਨਾਂ ਤਾਂ ਲਿਖੂਗਾ ਆਪਣਾ, ਦਸਤਖਤ ਕੀ ਸੀਗਾ? ਉਹ ਹੈ ਕਿ ਉਹ ਫੇਕ ਬਣਾਈ ਗਈ ਹੈ, ਸਾਰਾ ਕੁਝ ਫੇਕ। ਮੈਂ ਸਮਝਦਾ ਵੀ ਰੂਲਿੰਗ ਪਾਰਟੀ ਵਾਲਿਆਂ ਨੂੰ ਬੈਨੀਫਿਟ ਦੇਣ ਵਾਸਤੇ ਫੇਕ ਸ਼ੋਸ਼ਾ ਛੱਡਿਆ ਗਿਆ। ਲੇਕਿਨ ਜਥੇਬੰਦੀਆਂ ਦੇ ਕੁਝ ਜਥੇਬੰਦੀਆਂ ਵਾਲੇ ਸਾਡੇ ਦੁੱਖ ਤਾਂ ਉਹੀ ਹੈ ਨਾ। ਮੈਂ ਕਹਿੰਦਾ ਵੀ ਸਾਡੇ ਆਪਣੇ ਨੇ। ਤੁਸੀਂ ਕੇਸ ਕਰੋਗੇ ਉਹਨਾਂ ਤੇ? ਕੇਸ ਕਰੋਗੇ? ਦੀਪ ਸਿੱਧੂ ਮੈਂ ਕਰ ਦਿੰਦਾ। ਮੈਂ ਦੀਪ ਸਿੱਧੂ ਦੀ ਨਹੀਂ ਮੈਨੂੰ ਪਰਵਾਹ। ਹਾਂ, ਦੀਪ ਸਿੱਧੂ ਲਗਾਤਾਰ ਫੇਸਬੁੱਕ ਤੇ ਪੋਸਟਾਂ ਪਾ ਰਿਹਾ, ਕਹਿੰਦਾ ਗੱਦਾਰੀ ਦੇ ਸਰਟੀਫਿਕੇਟ ਦੇਣ ਵਾਲੇ ਆ। ਸਮਾਂ ਆਉਣ ਦਿਓ, ਮੈਂ ਕੇਸ ਦੀਪ ਸਿੱਧੂ ਨੂੰ ਘੜੀਸ ਲਾਂਗਾ। ਕਰੇ ਸਾਬਤ ਕਿੱਥੇ ਹੈ ਕੋਈ ਚਿੱਠੀ? ਮੇਰੇ ਕਿਤੇ ਦਸਤਖਤ ਸਾਬਤ ਕਰੇ ਕਿੱਥੇ ਹੈ? ਤੁਸੀਂ ਕਹਿੰਦੇ ਯੂਨੀਅਨ ਨੂੰ ਕੁਝ ਨਹੀਂ ਕਹੋਗੇ, ਦੀਪ ਸਿੱਧੂ ਤੇ ਕੇਸ ਪਾਓਗੇ? ਮਾਨਾਲੀ ਦਾ ਕੇਸ ਪਾਉਂਗਾ ਮੈਂ ਦੇਖਣਾ ਮੈਂ ਕਿਹਦੇ ਤੇ ਪਾਉਣਾ, ਜਿਹੜਾ ਮੈਨੂੰ ਬਦਨਾਮ ਕਰਦਾ। ਅਨਨੈਸੈਸਰੀ ਦੇਖੋ, ਜਾਣ ਦੇਣੀ ਹੈ ਪਰਮਾਤਮਾ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਇਦਾਂ ਦਾ ਗੱਲਾਂ ਕਰਕੇ ਇਹਦੇ ਨਾਲ ਬੈਨੀਫਿਟ ਜਿਹੜਾ ਇਹਦਾ ਰੂਲਿੰਗ ਪਾਰਟੀ ਨੂੰ ਮਿਲ ਰਿਹਾ। ਤੁਸੀਂ ਕਹਿੰਦੇ ਕੋਈ ਚਿੱਠੀ ਨਹੀਂ ਸੀ, ਕੋਈ ਸਮਝੌਤਾ ਨਹੀਂ ਸੀ, ਇਹ ਸਿਰਫ ਇੱਕ ਸਾਰਾ ਕ੍ਰੀਏਟ ਕੀਤਾ ਹੋਇਆ। ਇਹ ਜਾਣ ਬੁੱਝ ਕੇ ਦੇਖੋ। ਬੇਸਿਕਲੀ ਜਿਹੜਾ 26 ਜਨਵਰੀ ਕਰਾਇਆ ਦੀਪ ਸਿੱਧੂ ਨੇ, ਉਹ ਵੀ ਤਾਂ ਸਰਕਾਰ ਨਾਲ ਮਿਲ ਕੇ ਕਰਾਇਆ। ਕਿਹੜੀ ਸਜ਼ਾ ਦਿੱਤੀ ਜੀ ਸਰਕਾਰ ਨੇ ਉਹਨੂੰ? ਹੁਣ ਤਾਈਂ ਤੁਰਿਆ ਫਿਰਦਾ। ਤਾਂ ਮੇਰਾ ਕੱਲ ਫੇਸਬੁੱਕ ਤੇ ਤੁਸੀਂ ਪੋਸਟਾਂ ਦੇਖਦੇ ਹੋ ਕਿ ਮੈਂ ਕੀ ਕਹਿ ਰਿਹਾ ਸੀ, ਗੱਦਾਰੀ ਦੇ ਸਰਟੀਫਿਕੇਟ ਧਮਕੀਆਂ ਦਿੰਦੇ ਨੇ। ਮੇਰੇ ਤੇ ਕਈ ਵਾਰੀ ਅਟੈਂਪਟ ਹੋ ਚੁੱਕੀ ਮਾਰਨ ਦੀ। ਕੌਣ ਧਮਕੀ ਦੇ ਰਿਹਾ ਮਾਰਨ? ਇਹੀ ਦੀਪ ਸਿੱਧੂ ਐਂਡ ਪਾਰਟੀ ਦੇ ਜਿਹੜੇ ਇਹਦੇ ਪਿੱਛੇ ਖੜੇ ਨੇ, ਉਹ ਤੁਹਾਨੂੰ ਮਾਰਨ ਦੀ ਧਮਕੀ ਦੇ ਰਹੇ। ਫੋਨ ਕਰਦੇ, ਫੜਿਆ ਨਹੀਂ ਤੁਸੀਂ? ਸਰਕਾਰ, ਮੈਂ ਤਾਂ ਨਹੀਂ ਕਹਿੰਦਾ ਸਰਕਾਰ ਨੇ ਫੜਿਆ ਨਹੀਂ ਬੰਦਾ। ਉਹ ਇਹ ਸਾਰੀਆਂ ਫੋਰਸਿਸ ਇਸ ਵੇਲੇ ਜਿਹੜੀ ਕੋਈ ਨਵਾਂ ਉੱਭਰ ਰਿਹਾ ਉਹਨੂੰ ਦਬਾਉਣ ਵਾਸਤੇ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਇਹਦਾ ਅਫਸੋਸ ਹੈ। ਮੈਂ ਅਪੀਲ ਕਰੂੰਗਾ, ਆਪਣਿਆਂ ਨੂੰ ਅਪੀਲ ਕਰੂੰਗਾ। ਮੈਂ ਦੀਪ ਸਿੱਧੂ ਨੂੰ ਨਹੀਂ ਅਪੀਲ ਕਰਦਾ, ਮੈਂ ਅਪੀਲ ਕਰੂੰਗਾ, ਰੱਬ ਲੱਗ ਦੀ ਗੱਲ ਕਰੋ, ਪਰਮਾਤਮਾ ਨੂੰ ਜਾਣ ਦੇਣੀ ਹੈ। ਅਸੀਂ ਸਾਰੇ ਇਕੱਠੇ ਹਾਂ, ਇਕੱਠੇ ਰਹੇ ਹਾਂ। ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਕੋਈ ਚਿੱਠੀ ਚਪੱਠੀ ਲਿਖੀ ਨਹੀਂ। ਜੋ ਕੁਝ ਹੋਇਆ ਤੁਹਾਡੀ ਸਾਰਾ ਕੁਝ ਨਿਗਰਾਨੀ ਹੇਠ ਹੋਇਆ। ਅਸੀਂ ਇੱਕ ਗੱਲ, ਇਹ ਠੀਕ ਹੈ ਸਰਕਾਰ ਨੇ ਕਹਿਤਾ 40 ਨਾਲ ਅਸੀਂ ਗੱਲ ਨਹੀਂ ਕਰਦੇ, ਛੋਟੀ ਟੀਮ ਬਣਾਓ। ਅਸੀਂ ਬੈਠ ਕੇ ਕੁਝ ਬੰਦੇ ਜਿਹੜੇ ਬਿਨਾਂ ਮਤਲਬ ਰੇੜਕਾ ਸੀ, ਉਹਨਾਂ ਤੋਂ ਬਿਨਾਂ ਸਾਰਿਆਂ ਨੇ ਬੈਠ ਕੇ, ਕੋਈ 20-25 ਜਥੇਬੰਦੀਆਂ ਨੇ ਬੈਠ ਕੇ 4 ਬੰਦਿਆਂ ਦੀ ਡਿਊਟੀ ਲਾਈ। ਔਰ ਮੈਂ ਨਾਂ ਨਹੀਂ ਲੈਣੇ, ਇੱਕ ਸੱਜਣ ਵੱਡੇ ਲੀਡਰ ਸੀ ਉਹਨਾਂ ਦੀ, ਉਹ ਚੌਂਚ ਜਦੋਂ ਨਾਂ ਪਾਇਆ ਉਹ ਭੱਜ ਗਏ ਵੀ ਮੈਂ ਨਹੀਂ ਨੈਗੋਸ਼ੀਏਸ਼ਨ 'ਚ ਜਾਣਾ। ਤੇ ਹੁਣ ਉਹ ਰੌਲਾ ਵੀ ਬਹੁਤ ਪਾਉਂਦੇ ਨੇ। ਤੇ ਮੈਂ ਰਿਕੁਐਸਟ ਕਰਾਂ ਉਹਨਾਂ ਨੂੰ, ਸਨੇਮਰ ਉਹਨਾਂ ਦੇ ਚਰਨਾਂ 'ਚ ਰਿਕੁਐਸਟ ਹੈ, ਤੁਸੀਂ ਸਾਡੇ ਹੋ, ਮੈਨੂੰ ਜਿੰਨੀਆਂ ਗਾਲਾਂ ਕੱਢਣੀਆਂ ਕੱਢ ਲਓ ਜੀ ਸਦਕੇ, ਪਰ ਝੂਠ ਨਾ ਬੋਲੋ। ਇਦਾਂ ਦਾ ਝੂਠ ਤੁਹਾਡਾ, ਮੇਰਾ ਤਾਂ ਬੇਸ਼ੱਕ ਨੁਕਸਾਨ ਹੋ ਜੇ, ਉਹ ਅਲੱਗ ਗੱਲ ਹੈ, ਉਹਦਾ ਫਾਇਦਾ ਬੀਜੇਪੀ ਨੂੰ ਹੋ ਰਿਹਾ।
ਗੁਰਨਾਮ ਸਿੰਘ ਚਡੂਨੀ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ? ਉਹਨਾਂ ਨੇ ਵੀ ਪੰਜਾਬ 'ਚ ਚੋਣਾਂ ਲੜਨ ਦਾ ਐਲਾਨ ਕੀਤਾ। ਮੈਂ ਕੁਝ ਨਹੀਂ ਕਹਿ ਸਕਦਾ ਹਾਲੇ ਸਾਰਾ ਗੱਲਬਾਤ ਚੱਲ ਰਹੀ ਗੁਰਨਾਮ ਚਡੂਨੀ ਦੌਰਾਨ ਆਉਂਦੀਆਂ ਗੱਲਾਂ ਬਹੁਤ ਸਾਰੀਆਂ ਆਉਂਦੀਆਂ। ਤੁਹਾਨੂੰ ਲੱਗਦਾ ਕਿ ਨਾਲ ਚੱਲੋਗੇ ਤੇ ਫਾਇਦਾ ਹੋਏਗਾ? ਸਾਰਾ ਕੁਝ ਕਹਿਣਾ ਮੇਰਾ ਠੀਕ ਨਹੀਂ। ਲੱਖਾ ਸਿਧਾਣਾ ਨਹੀਂ, ਮੈਂ ਕਹਿਣਾ ਕੁਝ ਵੀ ਕਹਿਣਾ ਠੀਕ ਨਹੀਂ। ਲੱਖਾ ਸਿਧਾਣਾ ਸਾਰਾ ਸਾਡਾ ਹੀ ਟੱਬਰ ਹੈ, ਉਹ ਖਿੰਡਿਆ ਫਿਰਦਾ ਹੈ। ਹੋ ਸਕਦਾ ਕੱਲ ਨੂੰ ਇਕੱਠਾ ਲੱਖਾ ਸਿਧਾਣਾ ਗੁਰਨਾਮ ਚਡੂਨੀ ਸਾਰੇ ਇਕੱਠੇ ਹੋ ਸਕਦਾ ਹੈ। ਮੈਂ ਕਦੇ ਰੂਲ ਆਊਟ ਕਰਨਾ ਜੀ। ਹਾਂ, ਮੈਂ ਕਦੇ ਰੂਲ ਆਊਟ ਕਰਨਾ। ਅੱਛਾ, ਉਮਰ ਦੱਸੋ ਤੁਹਾਡੀ ਕਿੰਨੀ ਹੈ? ਮੈਂ 79 ਹੋ ਗਿਆ ਜੀ, 80ਵਾਂ ਲੱਗਿਆ ਹੋਇਆ। 79 ਦੇ ਹੋ ਗਏ। ਇੱਥੇ ਵੀ ਫੇਰ ਮੈਨੂੰ ਇਹ ਹੁੰਦਾ ਕਈ ਵਾਰੀ ਵੀ ਮੈਂ ਇਨ ਰੀਅਲੀ ਮੈਂ ਰਿਟਾਇਰ ਹੋ ਜਾਣਾ ਚਾਹੁੰਦਾ ਸੀ ਹੁਣ ਇਸ ਅੰਦੋਲਨ ਤੋਂ ਬਾਅਦ। ਤੇ ਮੈਨੂੰ ਨਹੀਂ ਪਤਾ ਕੁਦਰਤ ਨੇ ਕਿੰਨੀ ਬਖਸ਼ੀ ਹੈ। ਮੈਂ ਸੋਚਿਆ ਵੀ ਜੇ ਇੰਨਾ ਗੰਦ ਪਿਆ ਪੰਜਾਬ 'ਚ, ਲੋਕਾਂ ਨੂੰ ਸਾਡੇ ਤੇ ਇੱਕ ਇਹ ਆਸ ਹੈ ਵੀ ਅਸੀਂ ਉਹ ਗੰਦ ਕੱਢੀਏ, ਤੇ ਦੈਨ ਆਈ ਮਸਟ ਡੂ ਵਾਟ ਆਈ ਕੈਨ ਡੂ। ਅੱਛਾ, ਤੁਸੀਂ ਹੁਣ ਤੁਹਾਨੂੰ ਸਿਆਸਤਦਾਨ ਕਹੀਏ, ਸਿਆਸੀ ਆਗੂ ਕਹੀਏ, ਕਿਸਾਨ ਆਗੂ ਕਹੀਏ, ਜਾਂ ਤੁਹਾਨੂੰ ਆੜਤੀ ਕਹੀਏ? ਨਹੀਂ, ਮੇਰਾ ਆੜ ਤੂੜ ਨਾਲ ਤਾਂ ਕੋਈ ਸੰਬੰਧ ਨਹੀਂ। ਇਹ ਤਾਂ ਤੁਸੀਂ ਲੋਕ ਕਹਿੰਦੇ ਹੋ। ਹਾਂ, ਰੋਟੀ ਕਮਾ ਕੇ ਖਾਣੀ ਹੈ। ਜੇ ਮੈਂ ਠੱਗੀ ਕਰਦਾ ਤਾਂ ਮੈਂ ਕਸੂਰਵਾਰ ਹਾਂ। ਮੇਰਾ ਬੇਟਾ ਕਰਦਾ ਕਿਸੇ ਨੇ ਕੰਮ ਤਾਂ ਕਿੰਨੀ ਮੇਰਾ ਬੇਟਾ ਕਮਰਸ਼ੀਅਲ ਪਾਇਲਟ ਹੈ, ਉਹ ਬਿਜ਼ਨਸ ਕਰਦਾ। ਸਾਰਾ ਜੋ ਕੁਝ ਕੀਤਾ ਹੈ ਉਹਦੀ ਹੈ। ਮੈਂ ਤਾਂ ਸਾਰੀ ਉਮਰ ਕਿਸਾਨਾਂ ਲਈ ਕੀਤਾ। ਮੈਂ ਕੱਖ ਨਹੀਂ ਕਮਾਇਆ। ਤੁਸੀਂ ਪਹਿਲੀ 70 ਦੇ ਕਰੀਬ ਜਥੇਬੰਦੀ ਨਾਲ ਜੁੜੇ ਹੋ। 1971 ਚ 72 ਚ ਅਸੀਂ ਸ਼ੁਰੂ ਕੀਤਾ, ਉਦੋਂ ਤੇ ਕੰਟੀਨਿਊਸੀ ਚੱਲਿਆ। ਇਹ ਗੱਲਾਂ ਜਿਹੜੀਆਂ ਨਾ ਸਾਡੇ ਵਿਰੋਧੀ ਕਰਦੇ ਨੇ, ਇੱਕ ਗੱਲ। ਦੂਸਰੀ ਗੱਲ, ਮੈਂ ਇਹੀ ਨਹੀਂ ਕਰਦਾ। ਇੱਥੇ ਕਾਲਜ ਡੁੱਬ ਗਿਆ ਸੀ, ਮਾਲਵਾ ਕਾਲਜ, ਲੋਕਾਂ ਨੇ ਇਕੱਠੇ ਹੋ ਕੇ ਮੈਨੂੰ ਦਿੱਤਾ, ਮੈਂ ਚਲਾਇਆ। ਔਰ ਇਸ ਕਾਲਜ ਵਿੱਚ ਉਹ ਕੁਝ ਕੀਤਾ ਜਿਹੜਾ ਪੰਜਾਬ ਦੇ ਕਿਸੇ ਕਾਲਜ 'ਚ ਨਹੀਂ। ਫ੍ਰੀ ਲੰਗਰ ਦੇਣਾ ਸਾਰੇ ਬੱਚਿਆਂ ਨੂੰ। ਮੈਂ ਭਗਤ ਪੂਰਨ ਸਿੰਘ ਦਾ ਪਿੰਡੋਂ ਆ। ਮੇਰੇ ਹੀ ਵਾਜ਼ ਲਾਈਕ ਫਾਦਰ ਟੂ ਮੀ, ਔਰ ਉਹ ਮੈਨੂੰ ਆਪਣਾ ਬੱਚਾ ਸਮਝਦੇ ਸੀ। ਉਹਨਾਂ ਦਾ ਮੇਰੇ ਤੇ ਅਸਰ ਰਿਹਾ ਸਾਰੀ ਉਮਰ। ਇਸੇ ਕਰਕੇ ਮੈਂ ਉਹਨਾਂ ਦੇ ਨਾਂ ਤੇ ਸਕੂਲ ਚਲਾਉਣਾ। ਵਿਦੇਸ਼ਾਂ 'ਚੋਂ ਦੇਖਣ ਆਉਂਦੇ ਨੇ ਸਕੂਲ, ਬੱਚਿਆਂ ਨੂੰ ਸਸਤੀ ਐਜੂਕੇਸ਼ਨ, ਫ੍ਰੀ ਐਜੂਕੇਸ਼ਨ। ਇੱਥੇ 2.5 ਏਕੜ ਵਾਲੇ ਨੂੰ ਫ੍ਰੀ ਐਜੂਕੇਸ਼ਨ ਕੀਤੀ ਹੋਈ ਹੈ। ਮੈਨੂੰ ਕੋਈ ਪੰਜਾਬ ਦੇ ਕਾਲਜ ਕਹਿ ਦੇ ਵੀ 2.5 ਏਕੜ ਵਾਲੇ ਨੂੰ ਉਹਦੇ ਬੱਚਿਆਂ ਨੂੰ ਫ੍ਰੀ ਹੈ, ਤੇ ਮੈਂ ਇੱਥੇ ਆਪਣੇ ਕਾਲਜ 'ਚ ਕੀਤੀ ਹੋਈ ਹੈ। ਜਿਹੜਾ ਇੱਥੇ ਸਰ ਜਮੇਰ ਸਿੰਘ ਨੇ ਕਾਲਜ। ਜ਼ਮੀਨ ਕਿੰਨੀ ਹੈ ਤੁਸੀਂ ਜਿਹੜੀ ਖੇਤੀ ਕਰਦੇ ਹੋ? ਕਿੰਨੀ ਜ਼ਮੀਨ ਤੇ ਖੇਤੀ ਕਰਦੇ ਹੋ? ਮੇਰੇ ਆਪਣੇ ਨੂੰ 8 ਏਕੜ ਜ਼ਮੀਨ ਹੈ ਸਾਰੀ। 8 ਏਕੜ। ਹਾਂ, ਸਿਰਫ ਇਹ ਨਹੀਂ, ਦੇਖੋ ਗੱਲ ਇਹ ਹੈ ਵੀ ਮੈਂ 101 ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰਤੇ। ਹਰ ਇੱਕ ਦਾ ਆਪਣਾ ਮਾਈਂਡ ਸੈਟ ਹੈ। ਮੈਂ ਇੰਨੇ ਇੱਥੇ ਮੈਡੀਕਲ ਕੈਂਪ ਲਵਾਏ ਨੇ। ਮੈਂ ਉਹ ਕੈਂਪ ਦਿਖਾਵੇ ਵਾਸਤੇ ਨਹੀਂ ਲਾਏ, ਬਾਅਦ 'ਚ ਇਲਾਜ ਕਰਾਉਣ ਤੱਕ 6-6 ਮਹੀਨੇ ਉਹਨੂੰ ਫੋਲੋ ਕਰਦਾ ਰਿਹਾ। ਕਿਉਂਕਿ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਜਿਹੜਾ ਛੋਟਾ ਕਿਸਾਨ ਹੈ ਨਾ, 1.5 ਏਕੜ 2 ਏਕੜ, ਉਹ ਸਭ ਤੋਂ ਜ਼ਿਆਦਾ ਕਿਸਾਨ ਹੈ, ਉਹ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਰਦਾ। ਉਹਨਾਂ ਲਈ ਕੋਈ ਤੁਸੀਂ ਸੋਚਿਆ ਕਿ ਇਹ ਛੋਟੇ ਕਿਸਾਨ ਨੂੰ ਕਿਵੇਂ ਬਚਾਇਆ? ਅਜੇ ਵੀ ਕੋਈ ਪੈਮਾਨਾ ਨਹੀਂ ਰਿਹਾ। ਵੱਧ ਜ਼ਮੀਨ ਵਾਲੇ ਵੀ ਕਰਦੇ ਨੇ, ਕਿਉਂਕਿ ਖੇਤੀ ਘਾਟੇ ਬੰਦਾ ਸਿੱਧਾ ਲੋਕਾਂ ਨੂੰ ਸੌਦਾ ਹੈ। ਇਹ ਬੜਾ ਕਲੀਅਰ ਹੁੰਦਾ ਹੈ CACP ਦੀਆਂ ਟਰਮਸ ਆਫ ਰੈਫਰੈਂਸ ਤੋਂ, ਜਿਹੜੀਆਂ ਕਿਸਾਨ ਵਿਰੋਧੀ ਨੇ ਉਹਨੂੰ ਉਹਦੇ ਪੈਸੇ ਜਿੰਨੇ ਮਿਲਣੇ ਚਾਹੀਦੇ ਨਹੀਂ ਮਿਲਦੇ। ਉਹ ਦੇਖੋ, ਹਰ ਇੱਕ ਨੇ ਆਪਣੇ ਧੰਦੇ ਦੇ ਵਿੱਚੋਂ ਰੋਟੀ ਕਮਾਉਣੀ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ। ਜੇ ਉਹਦਾ ਧੰਦਾ ਮੁਨਾਫਾ ਨਹੀਂ ਦਿੰਦਾ, ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇਗਾ। ਫਿਰ ਉਹਨੂੰ ਸਰਕਾਰ ਨੇ ਬੈਂਕ ਖੋਲ ਤੇ ਲੋਨ ਲੈ ਲਓ, ਉਹਨੇ ਲੋਨ ਲੈ ਲਏ, ਲੋਨ ਉਹ ਰੀਪੇ ਨਹੀਂ ਕਰ ਸਕਦਾ। ਇੱਕ ਮੈਂਟਲ ਪ੍ਰੈਸ਼ਰ ਹੁੰਦਾ, ਉਹ ਖੁਦਕੁਸ਼ੀ ਕਰ ਜਾਂਦਾ। ਦਿਸ ਇਜ਼ ਵਾਟ ਹੈਜ਼ ਹੈਪਨਡ ਇਨ ਪੰਜਾਬ। ਹਮੇਸ਼ਾ ਇਹ ਹੋਇਆ। ਇਹਦੇ ਲਈ ਜਿਹੜੇ ਮੈਂ ਇਹਨਾਂ ਨੂੰ ਹਮੇਸ਼ਾ ਕਹਿੰਦਾ ਰਿਹਾ ਵੀ ਜਿਹੜੀਆਂ ਖੁਦਕੁਸ਼ੀਆਂ ਨੇ, ਖੁਦਕੁਸ਼ੀਆਂ ਨਹੀਂ, ਇਹ ਸਰਕਾਰ ਦੀਆਂ ਨੀਤੀਆਂ ਦੇ ਕਤਲ ਨੇ। ਇਹ ਸਰਕਾਰਾਂ ਤੇ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ। ਸਰਕਾਰ ਨੇ ਜਾਣ ਬੁੱਝ ਕੇ ਕਿਸਾਨ ਨੂੰ ਗਰੀਬ ਰੱਖਣ ਵਾਸਤੇ ਉਹਦੀਆਂ ਜਿਨਸਾਂ ਦੇ ਭਾਅ ਕਦੇ ਵੀ ਠੀਕ ਨਹੀਂ ਦਿੱਤੇ, ਔਰ ਉਹ ਜਿਹੜਾ ਘੱਟ ਭਾਅ ਮਿਲਦਾ ਉਹ ਕਰਜ਼ੇ 'ਚ ਕਨਵਰਟ ਹੋ ਜਾਂਦਾ ਹੈ, ਔਰ ਉਹ ਕਰਜ਼ਾ ਕਿਸਾਨ ਦੀ ਜਾਨ ਲੈ ਪੈਂਦਾ। ਇਹਦੇ 'ਚ 2 ਏਕੜ 5 ਏਕੜ ਦੀ ਨਹੀਂ, ਠੀਕ ਹੈ 2 ਏਕੜ ਵਾਲਾ ਵੱਧ ਪ੍ਰੈਸ਼ਰ 'ਚ ਹੈ, ਵੱਧ ਜ਼ਮੀਨ ਵਾਲਾ ਥੋੜਾ ਘੱਟ ਪ੍ਰੈਸ਼ਰ 'ਚ ਹੈ। ਸਾਰੇ ਹੀ ਖੁਦਕੁਸ਼ੀਆਂ ਕਰਦੇ ਨੇ। ਖੇਤੀ ਓਵਰਆਲ ਸਾਰੇ ਦੇਸ਼ 'ਚ ਘਾਟੇ ਦਾ ਸੌਦਾ ਹੈ। ਤੁਸੀਂ ਆਪਣਾ ਰੁਤਬਾ ਘਟਾਇਆ ਕਿ ਸਿਆਸੀ ਆਗੂ ਬਣ ਕੇ, ਕਿਉਂਕਿ ਤੁਹਾਨੂੰ ਕਿਸਾਨੀ ਆਗੂ ਜ਼ਿਆਦਾ ਪਸੰਦ ਹੈ ਜਾਂ ਕਿਸਾਨ ਆਗੂ, ਜਾਂ ਤੁਹਾਨੂੰ ਸਿਆਸੀ ਆਗੂ ਸੁਣਨਾ ਜ਼ਿਆਦਾ ਪਸੰਦ ਹੈ? ਮੈਨੂੰ ਇਹ ਦੱਸਿਓ ਰੁਤਬਾ ਕੀ ਹੁੰਦਾ ਜੀ? ਕਿਉਂਕਿ ਤੁਸੀਂ ਤਾਂ ਕਹਿੰਦੇ ਮੈਂ ਪ੍ਰਧਾਨ ਮੰਤਰੀ ਤੇ ਮੈਂ ਆਪਣੀ ਡਿਊਟੀ ਨਿਭਾਉਂਦਾ ਰਿਹਾ। ਉਸ ਦੌਰਾਨ ਜਿਹਦੇ ਨਾਲ ਟੱਕਰ ਹੋ ਗਈ ਉਹਨੂੰ ਮੈਂ ਆਪਣੀ ਗੱਲ ਕਹਿਤੀ। ਮੈਂ ਕਹਿਣ ਲੱਗਿਆ ਬਿਲਕੁਲ ਝਿਜਕਦਾ ਨਹੀਂ, ਚਾਹੇ ਪ੍ਰਧਾਨ ਮੰਤਰੀ ਹੋਵੇ, ਮੇਰੇ ਕਿਸੇ ਤੇ ਅਹੁਦੇ ਦਾ ਮੇਰੇ ਤੇ ਕੋਈ। ਇੰਦਰਾ ਗਾਂਧੀ, ਮੈਨੂੰ ਯਾਦ ਆ ਇੰਦਰਾ ਗਾਂਧੀ ਨਾਲ ਵੀ ਇੱਕ ਵਾਰੀ ਟਾਕਰਾ ਪੈ ਗਿਆ ਸੀ, ਉਦੋਂ ਦੁੱਧ ਵਾਲਾ ਤੁਹਾਡਾ ਅੰਦੋਲਨ ਚੱਲਿਆ ਸੀ। ਉਹ ਕੀ ਸੀ ਪੂਰਾ ਮਾਮਲਾ? ਇੰਦਰਾ ਗਾਂਧੀ ਨੇ ਤੁਹਾਨੂੰ ਬੁਲਾਇਆ ਸੀ ਉਸ ਵੇਲੇ, ਉਦੋਂ ਕੀ ਹੋਇਆ ਸੀ? ਇਸ ਤਰ੍ਹਾਂ ਸੀ, ਦੁੱਧ ਦੀ ਕੀਮਤ ਵੇਚਣ ਵਾਸਤੇ ਕੋਈ ਫਾਰਮੂਲਾ ਨਹੀਂ ਸੀ ਹੁੰਦਾ। ਅਸੀਂ ਇੱਥੇ ਐਜੀਟੇਸ਼ਨ ਕੀਤੀ ਪੰਜਾਬ 'ਚ। ਅਸੀਂ ਦਿੱਲੀ ਦੀ ਦੁੱਧ ਸਪਲਾਈ ਰੋਕਤੀ।
ਉਹ ਇੰਨੀ ਪ੍ਰਭਾਵਿਤ ਹੋਈ ਸਪਲਾਈ ਵੀ ਸਾਡੇ ਪ੍ਰਧਾਨ ਨੂੰ ਤਾਮਿਲਨਾਡੂ ਤੋਂ ਚੱਕ ਲਿਆ, ਨਰਾਇਣ ਸਵਾਮੀ ਨਾਇਡੂ ਨੂੰ, ਤੇ ਮੀਟਿੰਗ ਹੋਈ ਪ੍ਰਧਾਨ ਮੰਤਰੀ ਨਾਲ। ਪ੍ਰਧਾਨ ਮੰਤਰੀ ਆਉਂਦੇ ਹੀ ਉਹਦਾ ਇੱਕ ਟੈਕਨੀਕ ਸੀ ਇੰਦਰਾ ਗਾਂਧੀ ਦੀ ਵੀ ਜਿਹਦੇ ਨਾਲ ਗੱਲ ਕਰਦੇ ਉਹਨੂੰ ਟੁੱਟ ਕੇ ਪੈ ਜਾਣਾ। ਇੱਕ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਾਈਕੋਲੋਜੀਕਲ ਅਸਰ ਹੁੰਦਾ, ਇੱਕ ਉਹਨੂੰ ਪੈ ਜਾਣਾ, ਫਿਰ ਉਹ ਹਿੱਲ ਜਾਂਦੇ ਨੇ, ਫਿਰ ਉਹ ਆਪਣੀਆਂ ਸ਼ਰਤਾਂ ਡਿਕਟੇਟ ਕਰਾਉਂਦੇ ਸੀ। ਮੈਨੂੰ ਪਤਾ ਸੀ ਵੀ ਇਹ ਕੀ ਕਰਦੀ ਹੈ। ਤੇ ਜਦੋਂ ਆਉਂਦੀ ਉਹ ਮਿਸਟਰ ਨਰਾਇਣ ਸਵਾਮੀ, ਤੂੰ ਤਾਮਿਲਨਾਡੂ ਸੀ, ਉੱਥੇ ਮੁਸੀਬਤ ਸੀ, ਫਿਰ ਤੂੰ ਆਂਧਰਾ ਚ ਆਇਆ, ਉੱਥੇ ਫਾਹਾ ਖੜਾ ਕਰਤਾ, ਫਿਰ ਤੂੰ ਕਰਨਾਟਕ ਜਾ ਕੇ ਫਿਰ ਪੰਗਾ ਪਾਤਾ, ਹੁਣ ਆ ਪੰਜਾਬ ਚ ਆ ਗਿਆ, ਇੱਥੇ ਮੇਰੇ ਲਈ ਮੁਸੀਬਤ ਖੜੀ ਕਰਤੀ, ਦੁੱਧ ਬੰਦ ਹੋ ਗਿਆ। ਯੂ ਆਰ ਹੈਡਿੰਗ ਫॉर ਮੀ। ਮੇਰੇ ਨਾਲ ਦੇ ਤਾਂ ਲਾਗੇ ਕੰਬਣ, ਮੈਂ ਹੱਸ ਪਿਆ ਉੱਚੀ। ਮੈਨੂੰ ਤੁਹਾਡੀ ਕਿੰਨੀ ਉਮਰ ਸੀ ਉਦੋਂ? ਮੈਂ ਉਦੋਂ ਸੀ ਕੋਈ ਅਰਾਊਂਡ 40 ਸਾਲ ਦੇ ਕਰੀਬ ਸੀ। ਪ੍ਰਧਾਨ ਮੰਤਰੀ ਦੇ ਸਾਹਮਣੇ ਬੈਠੇ ਸੀ, ਤੁਹਾਡਾ ਹਾਸਾ ਨਿਕਲ ਗਿਆ ਜਦੋਂ ਉਹ ਗੁੱਸੇ ਸੀ? ਜਦੋਂ ਉਹ ਗੁੱਸੇ ਸੀ, ਮੈਨੂੰ ਮੇਰੇ ਨਾਲ ਸਾਡਾ ਵਾਈਸ ਪ੍ਰੈਜ਼ੀਡੈਂਟ ਸੀ ਮੇਜਰ ਈਸ਼ਵਰ ਦਯਾਲ ਤਿਆਗੀ, ਉਹ ਅੱਜ ਹੈ ਨਹੀਂ ਦੁਨੀਆ ਤੇ। ਉਹ ਮੈਨੂੰ ਕਹਿੰਦੇ ਤੂੰ ਹੱਸਦਾ। ਮੈਂ ਉੱਚੀ ਪ੍ਰਧਾਨ ਮੰਤਰੀ ਨੂੰ ਸੁਣਾ ਕੇ ਕਿਹਾ ਹੋਰ ਰੋਵਾਂ? ਪ੍ਰਧਾਨ ਮੰਤਰੀ ਦੇ ਸਾਹਮਣੇ ਤੁਸੀਂ ਇਹ ਕਿਹਾ? ਉੱਚੀ ਕਿਹਾ ਮੈਂ ਕਿਹਾ ਹੋਰ ਰੋਵਾਂ? ਸਾਡਾ ਪ੍ਰਧਾਨ ਮੰਤਰੀ ਲਈ ਹੈਡੇਕ ਹੈ, ਇਦੋਂ ਵੱਧ ਖੁਸ਼ੀ ਦੀ ਕਿਹੜੀ ਗੱਲ ਹੈ? ਉਹ ਇੱਕ ਪਾਸੇ ਹਟੀ, ਨਰਾਇਣ ਸਵਾਮੀ ਨਾਇਡੂ ਨੂੰ ਲੈ ਕੇ ਇੱਕ ਪਾਸੇ ਹੌਲੀ ਹੌਲੀ ਕੋਈ ਗੱਲ ਕਰਦੀ ਰਹੀ। ਫਿਰ ਉਹਨੂੰ ਪੁੱਛਦੀ ਹੈ ਵੀ ਦੁੱਧ ਤੇ ਕੌਣ ਗੱਲ ਕਰੂ? ਉਹ ਕਹਿੰਦੇ ਤਾਂ ਉਹੀ ਕਹੂ। ਫਿਰ ਆ ਗਈ ਮੇਰੇ ਕੋਲ, ਮੈਨੂੰ ਆ ਕੇ ਕਹਿੰਦੀ ਮੈਂ ਕਿਸਾਨਾਂ ਲਈ ਇਹ ਕੀਤਾ, ਜਿਉਂ ਲੱਗੀ ਗਣਾਉਣ, ਇਹ ਕੀਤਾ, ਉਹ ਕੀਤਾ, ਮੈਂ ਸਾਰਾ ਕੁਝ ਵਾਪਸ ਲੈ ਲਾਂ। ਫਿਰ ਉਸ ਸਾਲ ਇਹਨਾਂ ਨੇ 13 ਰੁਪਏ ਕਣਕ ਦਾ ਭਾਅ ਵਧਾਇਆ ਸੀ, 43% ਕੀਮਤਾਂ ਵਧਾਤੀਆਂ ਸੀ ਖਾਦਾਂ ਦੀਆਂ, ਕੀੜੇ ਮਾਰ ਦਵਾਈਆਂ ਦੀਆਂ। ਜਦ ਮੈਨੂੰ ਇਹਨੇ ਇਹ ਕਿਹਾ, ਮੈਂ ਕਿਹਾ ਮੈਡਮ ਲੈ ਲੈ ਵਾਪਸ, ਕੋਈ ਆਸਾਨ ਤਾਂ ਨਾ ਰਹੂ। ਅਸੀਂ ਜਾ ਕੇ ਆਪਣੇ ਲੋਕਾਂ ਨੂੰ ਦੱਸਾਂਗੇ ਵੀ ਪ੍ਰਧਾਨ ਮੰਤਰੀ ਦਾ ਵਤੀਰਾ ਕੀ ਹੈ। 13 ਰੁਪਏ ਤੂੰ ਦਿੱਤੇ ਆ ਤਾਂ 43 ਸਾਤੋਂ ਖੋਲੇ, 30 ਤਾਂ ਹਾਲੇ ਤੇਰੇ ਵੱਲ ਬਕਾਇਆ ਨੇ, ਤੇ ਕੀ ਕੀਤਾ ਸਾਡਾ? इनने तो चालू होगी। फिर वो कहती फिर दूध का क्या करना है, ये एजिटेशन का, आप तो नेगोशिएटिंग टेबल पे नहीं आते। मैं क्या भी ये दसो किने कहा तुहानू असीं नहीं आउंदे, असीं तो कदे मना नहीं कीता, नहीं मैं दसदा। फिर वो दस्या भी फलाना अफसर जी उन्हें मिसअंडरस्टैंडिंग क्रिएट की है। उसके बाद उन्हें गल सुनी, गल सुन के दरबारा सिंह चीफ मिनिस्टर से उन्होंने फोन किया, मैंने बात सुन ली। कल मिस्टर राजेवाल आएंगे अपने साथियों के साथ, इनकी बात बिल्कुल जायज़ है, कल इनसे बात करके इनकी मांग मान लो और एजिटेशन खत्म करवाओ। एकदम टेलीफोन थले मारिया, दूजे दिन दरबारा से लाइन च लग्या खड़ा सी। ਉਸ ਤੋਂ ਬਾਅਦ ਕਹਿੰਦੇ ਪ੍ਰਧਾਨ ਮੰਤਰੀ ਜਦੋਂ ਗੁਜਰਾਲ ਵੀ ਸੀਗੇ, ਤੁਸੀਂ ਉਹਨਾਂ ਦੇ ਘਰੇ ਜਾ ਕੇ ਦਿੱਲੀ ਰੁਕਦੇ ਸੀ, ਉੱਥੇ ਪਰਾਂਠੇ ਪਰੌਂਠੇ ਵੀ ਖਾਂਦੇ ਰਹੇ ਸੀਗੇ, ਉਹਨਾਂ ਨਾਲ ਬੜਾ ਤੁਹਾਡਾ ਪਿਆਰ ਰਿਹਾ। ਗੁਜਰਾਲ ਸਾਹਿਬ ਨਾਲ ਵੀ ਕਿਸੇ ਵੇਲੇ ਇਦਾਂ ਹੀ ਪੰਗਾ ਪਿਆ, ਕਿਸੇ ਕਿਸਾਨ ਦੀ ਮਦਦ ਕਰਨ ਚਲੇ ਗਏ, ਉਹਨੂੰ ਬੜਾ ਪਰੇਸ਼ਾਨ ਕਰਦੇ ਸੀ ਜਦੋਂ ਐਂਬੈਸਡਰ ਹੁੰਦੇ ਸੀ। ਤੇ ਉਹ ਜਦੋਂ ਗੱਲਬਾਤ ਹੋਈ ਉਹਨਾਂ ਨੂੰ ਮੈਂ ਕਿਹਾ ਤੁਸੀਂ ਇਹਨੂੰ ਗਲਤ ਪਰੇਸ਼ਾਨ ਕਰ ਰਹੇ ਹੋ। ਡਾਕੂਮੈਂਟ ਸੀ, ਡਾਕੂਮੈਂਟਰੀ ਐਵੀਡੈਂਸ ਨਾਲ ਮੈਂ ਸਾਬਤ ਕੀਤਾ ਵੀ ਤੁਸੀਂ ਇਹਨੂੰ, ਉਹਨੂੰ ਪਤਾ ਨਹੀਂ ਸੀਗਾ ਉਹਨਾਂ ਦਾ ਕੋਈ ਕਰਿੰਦਾ ਪਰੇਸ਼ਾਨ ਕਰੀ ਜਾਂਦਾ ਸੀ ਇਹਦਾ। ਉਹ ਫਿਰ ਮੈਨੂੰ ਕਹਿੰਦੇ ਮੈਨੂੰ ਟਾਈਮ ਦੇ, मैं कहा टाइम ले लो। फिर दोबारा बुलाया, फिर कहते भी हाँ हो तो गई गलती, हूँ ये निकलने का तरीका एको है भी वो जमीन की रजिस्ट्री उन्होंने दोबारा करानी पऊ, वो पैसे चैरिटेबल हॉस्पिटल में भेज दो। तो दोबारा मीटिंग हुई, वह खड़ा छुट गया। उसके बाद असी यार बन गए, चाहे प्रधानमंत्री रहे चाहे कुछ रहे, असी जाके उन्होंने कोठी जी 13 महारानी बाग ठहरते, उत्थे परौंठे खाते, दूजे दिन अपने काम से निकल जाते। साडा दिल्ली च कोई होर है नहीं सी। तो इदा बहुत सारे चंद्र शेखर नाल इस तरह वधिया रिलेशन रहे। वीपी सिंह नाल तो बहुत ही वधिया रहे। वीपी सिंह ने तो साडे साथी नूं एक नूं राज सभा ही नोमीनेट कर दिता। चरण सिंह होरी तुहाडे घर भी आए सी, मेरे घर आए सी जदों प्राइम मिनिस्टर सी। ਉਹ ਕੀ ਸੀ ਉਸ ਵੇਲੇ ਦਾ ਵਾਕਿਆ? उस वेले यूनियन ने फैसला कीता सी भी सानू राजनीति च आउणा चाहीदा है। असल च असीं हमेशा बहुता अकालियां नूं सपोर्ट कीता, अकाली सानू घूरन लग गए ते असीं सोचिया भी चलो ਇਹਨਾਂ ਨੂੰ ਵੀ ਸਬਕ ਸਿਖਾਈਏ। ਤੇ ਸਾਡੇ ਕੋਲ ਕੁਝ ਹੈ ਨਹੀਂ ਸੀ। ਅਸੀਂ ਚੌਧਰੀ ਚਰਨ ਸਿੰਘ ਇੱਥੇ ਬੁਲਾਇਆ ਲੁਧਿਆਣੇ, ਉਦੋਂ ਮੇਰੇ ਘਰ ਉਹ ਆਏ, ਇੱਥੇ ਬ੍ਰੇਕਫਾਸਟ ਕਰਕੇ ਅੱਗੇ ਗਏ ਸੀ। ਤੇ ਉਹ ਜਦੋਂ ਰੈਲੀ ਹੋਈ ਉਹਦੇ ਬਾਅਦ ਅਸੀਂ ਉਹਨੂੰ ਕਿਹਾ ਵੀ ਚੌਧਰੀ ਸਾਹਿਬ ਤੁਹਾਡਾ ਪੰਜਾਬ 'ਚ ਤਾਂ ਕੁਝ ਨਹੀਂ, ਤੁਸੀਂ ਸਾਨੂੰ ਅਸੀਂ ਬੰਦੇ ਖੜੇ ਕਰ ਦਿੰਦੇ ਹਾਂ, ਤੁਸੀਂ ਟਿਕਟਾਂ ਦਿਓ। ਉਹਨਾਂ ਦੀ ਲੋਕ ਦਲ ਸੀ ਪਾਰਟੀ, ਵੀ ਬੰਦੇ ਜਿਹੜੇ ਉਹ ਬਾਅਦ 'ਚ ਤੁਸੀਂ ਆਪਣਾ ਕੇਡਰ ਬਣਾ ਲਿਓ। ਅਸੀਂ ਜਿਹੜਾ ਰੁੱਸਿਆ ਅਕਾਲੀ ਉਹਨੇ ਟਿਕਟ ਫੜਾਤੀ, ਜਿਹੜਾ ਰੁੱਸਿਆ ਉਹਨੂੰ ਟਿਕਟ ਫੜਾਤੀ, ਅਕਾਲੀ ਹਾਰ ਗਏ। ਉਹਦੇ ਬਾਅਦ ਚੌਧਰੀ ਸਾਹਿਬ ਨਹੀਂ ਅੱਗੇ ਤੋਰ ਸਕੇ, ਗੱਲ ਅਲੱਗ ਹੈ। ਪਰ ਉਸ ਸਾਲ ਅਸੀਂ ਫੇਰ ਮੁੜ ਕੇ ਸਾਡੀ ਵੀ ਇੱਕ ਕਮਜ਼ੋਰੀ ਰਹੀ, ਅਸੀਂ ਉਹ ਰਾਹ ਛੱਡਤਾ। ਫੇਰ ਰਾਜਨੀਤੀ 'ਚ ਜਿਹੜੇ ਸੱਜਣ ਆਏ ਉਹ ਵਿਚਾਰੇ ਸਗੋਂ ਉਹਨਾਂ ਦਾ ਕੁੱਟ ਭਰਿਆ ਗਿਆ ਤੇ ਉਹਨਾਂ ਨੇ ਤਾਂ ਸਫ਼ਰ ਕੀਤਾ, ਪਰ ਅਸੀਂ ਉਹਨਾਂ ਨੂੰ ਬਾਅਦ 'ਚ ਨਹੀਂ ਸੰਭਿਆ ਤੇ ਨਾ ਚੌਧਰੀ ਚਰਨ ਸਿੰਘ ਨੇ ਸੰਭਾਲਿਆ। ਪ੍ਰਧਾਨ ਮੰਤਰੀ ਤਾਂ ਅੱਜ ਕੱਲ੍ਹ ਮੋਦੀ ਨੇ, ਮੋਦੀ ਸਾਹਿਬ ਵੀ 5 ਤਰੀਕ ਨੂੰ ਆ ਰਹੇ ਆ। ਹਾਂ, ਹੁਣ ਤਾਂ ਉਹਨਾਂ ਦਾ ਅਧਿਕਾਰ ਹੈ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕਹਿੰਦੇ ਨੇ ਸੁਣਾਂਗੇ। ਭਾਜਪਾ ਦਾ ਹੁਣ ਵਿਰੋਧ ਤਾਂ ਨਹੀਂ ਕੀਤਾ ਜਾਏਗਾ, ਜਾਂ ਭਾਜਪਾ ਦਾ ਕਿਸੇ ਪ੍ਰਧਾਨ ਮੰਤਰੀ ਦਾ ਵਿਰੋਧ ਤਾਂ ਨਹੀਂ ਕੀਤਾ ਜਾਏਗਾ ਹੁਣ ਇਸ ਵੇਲੇ?
ਨਹੀਂ ਇਸ ਵੇਲੇ ਤਾਂ ਅਸੀਂ ਹਾਲੇ ਕੋਈ ਫੈਸਲਾ ਨਹੀਂ ਕੀਤਾ। ਅੱਜ ਮੀਟਿੰਗ ਹੈ, ਫਿਰ ਦੇਖਾਂਗੇ ਉਹਦੇ 'ਚ ਕੀ ਹੁੰਦਾ। ਤੁਸੀਂ तमाम ਪ੍ਰਧਾਨ ਮੰਤਰੀਆਂ ਨੂੰ ਮਿਲੇ ਔਰ ਮੌਜੂਦਾ ਪ੍ਰਧਾਨ ਮੰਤਰੀ ਨੂੰ ਕਿਵੇਂ ਦੇਖ ਰਹੇ ਹੋ? ਇਹ ਪ੍ਰਧਾਨ ਮੰਤਰੀ ਲੋਕਾਂ ਤੋਂ ਜਿਵੇਂ ਡਰਦਾ ਹੁੰਦਾ ਇਦਾਂ ਵਿਚਰਦਾ ਹੈ। ਅੱਜ ਤੱਕ ਨਾ ਤਾਂ ਇਹਨੇ ਕੋਈ ਪ੍ਰੈਸ ਕਾਨਫਰੰਸ ਕੀਤੀ, ਤੁਹਾਡੇ ਸਾਹਮਣੇ ਆਇਆ ਕਿਸੇ ਮੀਡੀਆ 'ਚ ਕਦੇ ਵੀ। ਹਾਂ, ਬੈਕ ਮਨ ਕੀ ਬਾਤ ਕਰ ਲੈਂਦਾ ਅੰਦਰ ਇੱਕ ਸ਼ੀਸ਼ੇ ਦੇ ਘਰ 'ਚ ਬੈਠ ਕੇ, ਤੇ ਨਾ ਇਹ ਕਦੇ ਲੋਕਾਂ ਨੂੰ ਮਿਲਿਆ। ਮੈਂ ਉਹ ਸਮੇਂ ਦੇਖਿਆ, ਚਲੋ ਹੁਣ ਮੈਂ ਬਦਕਿਸਮਤੀ ਕਹਾਂਗਾ ਦੇਸ਼ ਦੀ, ਉਹ ਸਮੇਂ ਦੇਖਿਆ ਇੰਦਰਾ ਤੋਂ ਪਹਿਲਾਂ, ਇੰਦਰਾ ਤੱਕ ਲੋਕੀ ਪ੍ਰਧਾਨ ਮੰਤਰੀ ਦੀ ਕੋਠੀ ਆਮ ਚਲੇ ਜਾਂਦੇ ਹੁੰਦੇ ਸੀ ਕੋਈ ਵੀ, ਔਰ ਉਹਨਾਂ ਦੀ ਸਵੇਰੇ ਅਫਸਰ ਲਾਈਨ ਲਾ ਦਿੰਦੇ ਸੀ, ਤੇ ਪ੍ਰਧਾਨ ਮੰਤਰੀ ਜਾਣ ਤੋਂ ਪਹਿਲਾਂ ਲੋਕਾਂ ਨੂੰ ਮਿਲਦਾ ਜਾਂਦਾ ਹੁੰਦਾ ਸੀ। ਜੇ ਕਿਸੇ ਦੀ ਦਰਖਾਸਤ ਫੜੀ, ਨਾਲ ਅਫਸਰ ਹੁੰਦੇ ਸੀ, ਉਹਨੂੰ ਆਰਡਰ ਕਰਦਾ ਜਾਂਦਾ ਸੀ। ਤੇ ਉਹ ਤੋਂ ਬਾਅਦ ਇੰਦਰਾ ਦੇ ਜਾਣ ਤੋਂ ਬਾਅਦ ਮੁੜ ਕੇ ਪ੍ਰਧਾਨ ਮੰਤਰੀ ਹਾਊਸ ਨੂੰ ਐ ਬਣਾਤਾ ਇੱਕ ਐਸੀ ਜੇਲ੍ਹ, ਰਾਇਲ ਜੇਲ੍ਹ, ਕਿਲਾ ਬਣਾਤਾ ਜਿੱਥੇ ਪ੍ਰਧਾਨ ਮੰਤਰੀ ਤਾਂ ਐਸ਼ ਨਾਲ ਬੈਠਾ ਹੈ ਤੇ ਲੋਕਾਂ ਦੀ ਕਿਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਨਹੀਂ। ਪਹਿਲਾਂ ਸਿੱਧਾ ਹੀ ਮੁਲਾਕਾਤਾਂ ਹੋ ਜਾਂਦੀਆਂ, ਸਿੱਧੇ ਹੁੰਦੀ ਨਹੀਂ ਸੀ। ਇਹ ਐ ਨਹੀਂ ਸੀ, ਮੇਰੇ ਕਹਿਣ ਦੀ ਨਹੀਂ ਸੀ ਗੱਲ। ਹਰ ਪ੍ਰਧਾਨ ਮੰਤਰੀ ਸਵੇਰੇ ਲੋਕੀ ਜਾਂਦੇ ਸੀ ਉਹਦੀ ਕੋਠੀ, ਜਿਹੜੇ ਟਾਈਮ ਤੇ ਚਲੇ ਗਏ ਉਹਨਾਂ ਨੂੰ ਲਾਈਨ 'ਚ ਬਿਠਾ ਦਿੰਦੇ ਸੀ, ਤੇ ਪ੍ਰਧਾਨ ਮੰਤਰੀ ਨਿਕਲਦੇ ਸੀ, ਨਾਲ ਅਫਸਰ ਹੁੰਦੇ ਸੀ, ਉਹ ਪਹਿਲਾਂ ਲੋਕਾਂ ਨੂੰ ਮਿਲਦੇ ਹੁੰਦੇ ਸੀ। ਜੇ ਉਹਦੀ ਕਿਤੇ ਮਜਬੂਰੀ ਹੋਵੇ, ਕੋਈ ਬਾਹਰੋਂ ਕੋਈ ਆਇਆ, ਉਹ ਇੱਕ ਅਲੱਗ ਗੱਲ ਹੈ, ਪਰ ਇਹ ਜਨਰਲ ਪ੍ਰੈਕਟਿਸ ਸੀ, ਪ੍ਰਧਾਨ ਮੰਤਰੀ ਲੋਕਾਂ ਨੂੰ ਮਿਲਦੇ ਜਾਂਦੇ ਹੁੰਦੇ ਸੀ। ਕਿਉਂਕਿ ਰਾਜਪਾਲ ਸਾਹਿਬ ਤੁਸੀਂ ਜਾਣਾ, ਹੁਣ ਬਸ 2 ਸਵਾਲ ਨੇ ਅਖੀਰਲੇ। ਤੁਹਾਡਾ ਟਿਕਟਾਂ ਦਾ ਕ੍ਰਾਈਟੇਰੀਆ ਕੀ ਹੋਏਗਾ? ਨੌਜਵਾਨਾਂ ਨੂੰ ਟਿਕਟ ਦਿੱਤੀ ਜਾਏਗੀ, ਕਿਸਾਨਾਂ ਨੂੰ ਟਿਕਟ ਦਿੱਤੀ ਜਾਏਗੀ, ਕੀ ਕ੍ਰਾਈਟੇਰੀਆ ਹੋਏਗਾ, ਔਰ ਕਦੋਂ ਤੱਕ ਟਿਕਟਾਂ ਜਿਹੜੀਆਂ, ਕਿਉਂਕਿ ਆਮ ਆਦਮੀ ਪਾਰਟੀ ਨੇ 100 ਦੇ ਕਰੀਬ ਐਲਾਨਤੀਆਂ, ਅਕਾਲੀ ਦਲ ਨੇ 100 ਦੇ ਕਰੀਬ ਐਲਾਨਤੀਆਂ, ਕਾਂਗਰਸ ਵੀ ਆਪਣੀ 70-80 ਟਿਕਟਾਂ ਲਿਸਟ ਤਿਆਰ ਕਰ ਚੁੱਕੀ, ਲੇਕਿਨ ਤੁਹਾਡਾ ਕੀ ਕ੍ਰਾਈਟੇਰੀਆ ਹੋਏਗਾ? ਨਹੀਂ, ਅਸੀਂ ਸਾਡੀ ਕੋਸ਼ਿਸ਼ ਹੋਏਗੀ ਇੱਕ ਤਾਂ ਜਿਹੜੇ ਲੋਕਾਂ ਦੀ ਡਾਇਰੈਕਟਲੀ ਔਰ ਇਨਡਾਇਰੈਕਟਲੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਹੈ ਉਹਦੇ ਨਾਲ ਜੁੜਿਆ ਰਿਹਾ, ਉਹ ਇੱਕ ਤਾਂ ਇਹ ਹੋਏਗੀ। ਦੂਜੀ, ਇਹਦੇ ਵਿੱਚ ਕੋਈ ਜਾਤ ਪਾਤ ਜਾਂ ਕਿਸੇ ਖਾਸ ਵਰਗ ਦੀ ਗੱਲ ਨਹੀਂ ਹੋਏਗੀ। ਹਰ ਸੈਕਸ਼ਨ ਸੋਸਾਇਟੀ ਦਾ ਉਹਨੂੰ ਅਸੀਂ ਰਿਪਰੈਜ਼ੈਂਟ ਕਰਨ ਵਾਸਤੇ ਕੋਈ ਫਾਈਨਲਾਈਜ਼ ਕੀਤੇ 50-60 ਹੈ, ਹੋਈ ਜਾ ਰਹੇ ਹੈ, ਕਾਫੀ ਹੋਏ ਹੈ, ਮੋਰ ਦੈਨ 60 ਤਾਂ ਹੋਏ ਨੇ, 60 ਦੇ ਕਰੀਬ, 60 ਦੇ ਉੱਤੇ ਹੋਏ ਨੇ, ਪਰ ਹੋ ਜਾਣੇ ਸਾਰੇ। ਸਾਡਾ ਕ੍ਰਾਈਟੇਰੀਆ ਇਹੀ ਹੋਏਗਾ ਵੀ ਸਮਾਜ ਦਾ ਹਰ ਵਰਗ, ਬੁੱਧੀਜੀਵੀ ਵੀ, ਤੇ ਸ਼ਹਿਰ ਚੋਂ ਵੀ, ਹਿੰਦੂ ਵੀ, ਸਿੱਖ ਵੀ, ਮੁਸਲਿਮ ਵੀ, ਹਰ ਵਰਗ ਦੇ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ। ਮੁਕਾਬਲਾ ਕਿਸ ਦੇ ਨਾਲ ਦੇਖਦੇ ਹੋ, ਔਰ ਮੌਜੂਦਾ ਪਾਰਟੀਆਂ ਬਾਰੇ ਕੀ ਰਾਏ ਹੈ ਤੁਹਾਡੀ? ਦੇਖੋ ਜੀ, ਮੌਜੂਦਾ ਪਾਰਟੀਆਂ ਦੀ ਮੇਰੀ ਰਾਏ ਤੋਂ ਲੋਕਾਂ ਦੀ ਰਾਏ ਇਹ ਹੈ ਵੀ ਲੋਕ ਉਹਨਾਂ ਤੋਂ ਦੁਖੀ ਨੇ, ਸਤੇ ਪਏ ਨੇ, ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਅਨਫੋਰਚੂਨੇਟ ਪਹਿਲੂ ਇਹ ਵੀ ਹੈ ਵੀ ਉਹ ਆਪਣੇ ਆਪ ਸੁਧਾਰ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਦੇ। ਜਿੱਦਾਂ ਦਾ ਲੋਕਾਂ ਦਾ ਰੁਝਾਨ ਹੋ ਗਿਆ, ਇਹ ਤਾਂ ਜਦੋਂ ਦਾ ਅੰਦੋਲਨ ਚੱਲਦਾ ਉਦੋਂ ਦੇ ਲੋਕ ਵਿਰੋਧ ਕਰਦੇ ਆਏ ਨੇ, ਉਹ ਤੋਂ ਕੁਝ ਸਿੱਖ ਕੇ ਆਪਣੇ ਆਪ ਨੂੰ ਬਦਲਦੇ, ਉਹ ਹਾਲੇ ਵੀ ਨਹੀਂ ਬਦਲਦੇ। ਹਾਲੇ ਵੀ ਉਹਨਾਂ ਦਾ ਜਿਹੜਾ ਤਰੀਕਾ ਉਹੀ ਹੈ, ਲੋਕਾਂ ਨੂੰ ਦਿਸਦਾ ਵੀ ਇਹ। ਫਿਰ ਮੁਕਾਬਲਾ ਕਿਸ ਦੇ ਨਾਲ ਦੇਖਦੇ ਹੋ? ਮੁਕਾਬਲਾ ਵਕਤ ਦੱਸੂਗਾ ਕਿਹਦੇ ਨਾਲ ਹੁੰਦਾ, ਇਹ ਮੈਂ ਅੱਜ ਨਹੀਂ ਕਹਿ ਸਕਦਾ। 5 ਮੈਂ ਲੀਡਰਾਂ ਦਾ ਨਾਮ ਲਵਾਂ, ਇੱਕ ਲਾਈਨ 'ਚ ਡਿਸਕ੍ਰਾਈਬ ਕਰਨਾ ਹੋਵੇ। ਕੈਪਟਨ ਅਮਰਿੰਦਰ ਸਿੰਘ ਫੌਜੀ ਹੈ, ਕੀ ਕਹੋਗੇ, ਉਹਨੇ ਵੀ 5 ਸਾਲ ਐਵੇਂ ਲੰਘਾਤੇ, ਕੁਝ ਕੀਤਾ ਨਹੀਂ, ਵਾਦੇ ਝੂਠ ਬਹੁਤ ਬੋਲਿਆ। ਨਵਜੋਤ ਸਿੰਘ ਸਿੱਧੂ, ਨਵਜੋਤ ਥੋੜਾ ਜਿਹਾ ਆਪਣੀ ਬੋਡੀ ਲੈਂਗੁਏਜ ਠੀਕ ਕਰੇ, ਕਿਸ ਤਰ੍ਹਾਂ ਦਾ ਕੋਈ ਬਹੁਤਾ ਭਾਵ ਪਿਆ ਨਹੀਂ ਉਹਨੂੰ, ਐਜ਼ ਜੋ